اللہ سب سے بڑا ہے، ہم سب مانتے ہیں. کیا اللہ اپنے جیسے اور خدا بنا سکتا ہے؟ اللہ تعالیٰ جسے بھی بنائے گا نا وہ مخلوق ہی ہوگی. تو اللہ کی ڈیفینیشن یہ ہے کہ اللہ پیدا نہیں ہوا ہوا، لم یلد ولم یولد. اللہ اگر اب کسی اور کو خدا بنائے گا نا تو وہ ہوگی مخلوق، وہ خدا نہیں بن سکتی. ہاں خدا کا بیٹا ہو سکتا ہے اگر اللہ چاہے. وہ قرآن میں ہے کہ اگر اللہ تعالیٰ نے اپنا بیٹا کسی کو چننا ہوتا تو مخلوق میں سے جسے چاہتا چن لیتا. یہ سورہ الزمر کے اندر موجود ہے. لیکن اللہ نے چنا نہیں ہے. چاہتا تو چن سکتا تھا، لیکن اللہ تعالیٰ کہہ رہا ہے ہوتی وہ مخلوق ہی پھر بھی گاڈ نہیں بن سکتا تھا. ہمارے نبی علیہ السلام سے بھی کہلوایا گیا قل ان کان للرحمن ولد فانا اول العابدین. اے نبی تم فرماؤ اگر اللہ کا کوئی بیٹا ہوتا نا تو سب سے پہلے میں اس کی عبادت کرتا. یعنی میں اسے پروٹوکول دیتا کہ یہ اللہ کا بیٹا ہے. تو جیزس کرائسٹ اللہ کے بیٹے نہیں ہے. لیکن قرآن نے یہ کہا کہ اللہ کا کوئی اگر بیٹا ہوا بھی نا، اگر اللہ نے چننا ہوتا تو وہ اپنی مخلوق میں سے جسے چاہتا چن لیتا. وہ پھر خالق نہیں ہو سکتا، وہ مخلوق ہی رہے گا. ਮੈਨੂੰ ਇਹ ਦੱਸੋ ਕਿ ਰਿਕਾਰਡਿੰਗ ਤੁਸੀਂ ਆਪਣਾ ਦਾਵਾ ਕਰਨੀ ਹੈ, ਰਿਕਾਰਡਿੰਗ ਕਿਥੋਂ ਪਲੇ ਕਰਨੀ? ਮੈਂ ਰਿਕਾਰਡਿੰਗ ਮੈਂ ਵੀ ਕਰਨਾ, ਤੁਸੀਂ ਵੀ ਕਰੋ. ਮਰ ਗਏ ਬਾਈ, ਤੂੰ ਰਹਿਣ ਦੇ, ਤੂੰ ਘਟਾ ਕਰਨੀ ਹੈ. ਮੈਂ 1 ਮਿੰਟ ਸੂਰਜ ਉਮਰ ਦੀ ਆਇਤ ਲੈ ਕੇ ਆਇਆ, ਮੈਂ ਖੁਦ ਸਾਹਮਣੇ ਲਾਣਾ ਰਿਕਾਰਡਿੰਗ ਯਾਰ. ਦੇਖੋ ਦਾਵਾ ਲਾਓ ਨਾ, ਦਾਵਾ ਕਿਉਂ ਨਹੀਂ ਪੇਸ਼ ਕਰਦੇ ਪਏ? ਕੀ ਵਜ੍ਹਾ ਹੈ ਘਬਰਾਉਣ ਲਈ? ਕਿਹੜੀ ਗੱਲ ਹੈ? ਦਾਵਾ ਅਸੀਂ ਭਰਾਵਾ ਕੋਈ ਕੀਤਾ ਹੀ ਨਹੀਂ ਹੈ. ਸਾਡਾ ਤੇ ਇਹ ਕਹਿਣਾ ਹੈ ਕਿ ਕੁਰਾਨ ਦੀ ਜਿਹੜੀ ਸੂਰਤ ਜ਼ੁਮਰ ਦੀ ਆਇਤ ਨੰਬਰ 4 ਹੈ ਉਹ ਬਿਲਕੁਲ ਕਰੋ. ਦਿਫਾ ਕਾਹਦਾ ਕਰ ਰਹੇ ਹੋ? ਕਾਹਦਾ ਦਿਫਾ ਕਰਦੇ ਹੋ? ਹਾਂਜੀ ਕੁਰਾਨ ਦਾ ਦਿਫਾ ਕਰ ਰਹੇ ਹਾਂ. ਆਇਤ ਨੰਬਰ 4 ਸੂਰਹ ਜ਼ੁਮਰ ਦਾ ਕੁਰਾਨ ਦਾ ਦਿਫਾ ਕਰਦੇ ਪਏ ਕਿ ਅੱਲਾਹ ਆਪਣਾ ਬੇਟਾ ਬਣਾ ਸਕਦਾ? ਅੱਲਾਹ ਆਪਣਾ ਬੇਟਾ ਬਣਾ ਕੇ ਕਾਦਰ ਹੈ? ਅੱਲਾਹ ਕੁਰਾਨ ਦਾ ਦਿਫਾ ਕਰਦੇ ਪਏ? ਹਾਂਜੀ ਅੱਲਾਹ ਪਾਕ ਨੇ ਕਿਹਾ ਕਿ ਮੈਂ ਹਰ ਸ਼ੈ ਤੇ ਕਾਦਰ ਹਾਂ. ਮੈਂ ਚਾਹੁੰਦਾ ਮਿਰਜ਼ਾ ਇੰਜੀਨੀਅਰ ਦੀ ਵੀਡੀਓ ਲਾ ਕੇ ਸੂਰਾ ਨੰਬਰ 4 ਆਪਣਾ ਦਾਵਾ ਪੇਸ਼ ਕਰੋ. ਮਿਰਜ਼ਾ ਇੰਜੀਨੀਅਰ ਦੀ ਵੀਡੀਓ ਸੁਣ ਕੇ ਨਾ ਆਪਣਾ ਉਸ ਟਾਈਮ ਦੇ ਯਾਰ ਦਾਵਾ ਪੇਸ਼ ਕਰ ਰਹੇ ਆ ਕਿ ਅੱਲਾਹ ਪਾਕ ਕਹਿੰਦਾ ਹੈ ਕੈਟਾਗੋਰੀਕਲ ਜਿਹੜਾ ਉਸਮਾਨ ਵੀ ਇੱਕ ਮਿੰਟ ਦਾਵਾ ਰੱਖ ਲੈਂਦੇ ਹੋ, ਇਹਨਾਂ ਨੂੰ ਦਾਵਾ ਰੱਖ ਲੈਂਦੇ ਹੋ. ਚਲੋ ਮੈਂ ਦਾਵਾ ਰੱਖਣਾ, ਸੁਣੋ ਮੈਂ ਦਾਵਾ ਰੱਖਣਾ. ਸਾਡਾ ਦਾਵਾ ਇਹ ਵੇ ਕਿ ਆਇਤ ਨੰਬਰ 4 ਸੂਰਹ ਜ਼ੁਮਰ ਦੀ ਅੱਲਾਹ ਪਾਕ ਨੇ ਜੋ ਫਰਮਾਏ ਹੈ ਨਾ ਕਿ ਅਗਰ ਮੈਂ ਚਾਹੁੰਦਾ ਤੇ ਮੈਂ ਆਪਣਾ ਬੇਟਾ ਮਖਲੂਕ 'ਚ ਚੁਣ ਲੈਂਦਾ, ਲੇਕਿਨ ਮੈਂ ਨਹੀਂ ਚੁਣਿਆ. ਇਹ ਸਾਡਾ ਦਾਵਾ ਹੈ. ਇਹ ਦਾਵਾ ਵੀ ਇਹ ਤੇ ਕੁਰਾਨ ਦੀ ਆਇਤ ਦਾ ਤਰਜਮਾ ਕੀਤਾ ਤੁਸੀਂ, ਅੱਧੀ ਆਇਤ ਪੂਰੀ ਦਾ ਵੀ ਨਹੀਂ ਕੀਤਾ, ਅੱਧੀ ਦਾ ਇਹ ਅਸੀਂ ਵੀ ਕਰ ਰਹੇ ਹਾਂ. ਦਾਵਾ ਵੀ ਦਾਵਾ ਵੀ ਪੂਰੀ ਆਇਤ ਲਾ ਲਓ, ਪੂਰੀ ਆਇਤ ਲਾ ਲਓ. ਇਹੀ ਸਾਡਾ ਦਾਵਾ ਹੈ, ਹੋਰ ਕੀ ਹੈ? ਨਹੀਂ ਇਹ ਤੇ ਤੁਸੀਂ ਕੁਰਾਨ ਦੀ ਆਇਤ ਦਾ ਤਰਜਮਾ ਕੀਤਾ, ਦਾਵਾ ਤੇ ਤੁਸੀਂ ਕੀਤਾ ਹੀ ਨਹੀਂ. ਦਾਵਾ ਇਹ ਕਰੋ ਕੈਟਾਗੋਰੀਕਲ ਕਿ ਅੱਲਾਹ ਇਸ ਚੀਜ਼ ਤੇ ਕਾਦਰ ਹੈ, ਅੱਲਾਹ ਇਸ ਚੀਜ਼ ਤੇ ਕਾਦਰ ਹੈ ਕਿ ਅੱਲਾਹ ਆਪਣਾ ਬੇਟਾ ਬਣਾ ਸਕਦਾ ਹੈ. ਅੱਲਾਹ ਕਾਦਰ ਹੈ ਇਸ ਚੀਜ਼ ਤੇ? ਨਹੀਂ ਅਬੂ ਹਸਨ ਸਾਹਿਬ ਜ਼ਰਾ ਉਹ ਆਇਤ ਲਾਓ ਸਾਹਮਣੇ ਯਾਰ. ਇੱਕ ਵਾਰੀ ਦਾਵਾ ਤੇ ਕਰ ਦਿਓ, ਦਾਵਾ ਤੇ ਪੇਸ਼ ਕਰੋ ਯਾਰ. ਕਿਉਂ ਡਰਦੇ ਪਏ ਯਾਰ? ਕਿਉਂ ਘਬਰਾਉਂਦੇ ਪਏ ਹੋ? ਮੈਂ ਤੇ ਤੁਹਾਡੇ ਕੋਲੋਂ ਕੋਈ ਸਾਰਾ ਕੁਝ ਮੈਂ ਬੈਠਾ ਵਾ ਨਾ, ਮੈਂ ਸਾਰਾ ਕੁਝ ਤੁਹਾਨੂੰ ਜਵਾਬ ਦੇ ਕੇ ਜਾਣਾ. ਪਹਿਲੇ ਨੰਬਰ ਤੇ ਆਡੀਓ ਚਲਾਓ, ਫਿਰ ਸੂਰਹ ਜ਼ੁਮਰ ਦੀ ਆਇਤ ਲਾਓ ਸਾਹਮਣੇ. ਫਿਰ ਤੁਸੀਂ ਦਾਵਾ ਕਰਨਾ. ਮੈਂ ਲੋ ਜੀ ਮੈਂ ਆਡੀਓ ਚਲਾ ਲਾਂਗਾ ਵਾ, ਆਡੀਓ ਚਲਾ ਲਾਂਗਾ ਮੈਂ. ਹਾਂ ਫਿਰ ਆਇਤ ਰੱਖੋ ਸਾਹਮਣੇ. ਇਹ ਤੁਸੀਂ ਦੋਵੇਂ ਚੀਜ਼ਾਂ ਕੁਰਾਨ ਤੋਂ ਸਾਬਿਤ ਕਰਨੀਆਂ ਨੇ. ਇੱਕ ਤੇ ਮਖਲੂਕ ਖੁਦਾ ਅੱਲਾਹ ਬਣਾ ਸਕਦਾ ਹੈ ਤੇ ਦੂਸਰਾ ਅੱਲਾਹ ਆਪਣਾ ਬੇਟਾ ਬਣਾ ਸਕਦਾ ਹੈ. ਇਹ ਦੋਵੇਂ ਚੀਜ਼ਾਂ ਤੁਸੀਂ ਕੁਰਾਨ ਤੋਂ ਸਾਬਿਤ ਕਰਨੀਆਂ ਨੇ, ਲੇਕਿਨ ਦਾਵਾ ਕਰਨ ਤੋਂ ਬਾਅਦ. ਇਹ ਲੋ ਤੁਹਾਨੂੰ ਦੱਸਣਾ ਵਾ, ਤੁਸੀਂ ਲਾਓ. کیا اللہ اپنے جیسے اور خدا بنا سکتا ہے؟ اللہ تعالیٰ جسے بھی بنائے گا نا وہ مخلوق ہی ہو. اے سنو جی گڈ ہم سب مانتے ہیں کیا اللہ اپنے جیسے اور خدا بنا سکتا ہے؟ اللہ تعالیٰ جسے بھی بنائے گا نا وہ مخلوق ہی ہو. اے سنو جی دوبارہ سنو پہلا اتنا حصہ ثابت کرو. اللہ اپنے جیسے اور خدا بنا ਯਾਰ ਡਰਾਮੇ ਬਾਜ਼ੀ ਹੈ ਵੈਸੇ ਯਾਰ. ਇਹ ਗੱਲ ਤੇ ਕੋਈ ਨਹੀਂ ਤਰੀਕਾ ਗੱਲ ਕਰਨ ਦਾ. ਅਗਾਂ ਚਲਾਓ ਆਡੀਓ, ਅਸੀਂ ਸੁਣ ਰਹੇ ਹਾਂ, ਰਿਕਾਰਡਿੰਗ ਹੋ ਰਹੀ ਹੈ. ਚਲੋ ਜੀ ਇਹ ਵੀ ਸਾਬਤ ਕਰੋ ਨਾ ਖੁਦਾ ਬਣਾ ਸਕਦਾ ਹੈ ਤੇ ਮਖਲੂਕ ਖੁਦਾ ਹੋਏਗਾ. ਜੀ ਜੀ ਕਰਨੇ ਆ ਸਾਬਤ, ਸਬਰ ਕਰ ਲਓ. ਚਲੋ ਜੀ ਅੱਜ ਸੇ ਰਿਕਾਰਡਿੰਗ ਚੱਲ ਰਹੀ ਹੈ ਮਰਜ਼ਈਆਂ ਦੀ. ਛੋਟੇ ਆਮ ਦੀ ਸਬਰ ਰੱਖ. ਤੁਹਾਨੂੰ ਸਹੀ ਉਹਨਾਂ ਦੇਵਬੰਦੀਆਂ ਨੇ ਸ਼ੈਤਾਨੀ ਲਸ਼ਕਰ ਰੱਖਿਆ, ਤੁਹਾਡੇ ਕੰਮ ਹੀ ਇਹ ਨੇ. ਅੱਛਾ ਸੁਣੋ ਜ਼ਰਾ ਮੇਰਾ ਮਾਈਕ ਅਸਲ 'ਚ ਆਫ ਹੋ ਗਿਆ ਸੀ. ਦੇਖੋ ਉਹਨੇ ਮਿਰਜ਼ਾ ਇੰਜੀਨੀਅਰ ਨੇ ਇਹਦੇ ਵਿੱਚ 2 ਦਾਅਵੇ ਕੀਤੇ ਨੇ. ਆਡੀਓ ਚਲਾਓ ਪੂਰੀ. ਮੈਂ ਚਲਾਉਣ ਲੱਗਾ, ਪੂਰੀ ਆਡੀਓ ਚਲਾਉਣ ਲੱਗਾ, ਲੇਕਿਨ ਉਹਦੇ ਅੰਦਰ ਜਿੱਥੇ ਸਾਡਾ ਇਤਰਾਜ਼ ਹੈ ਨਾ ਉੱਥੇ ਮੈਂ ਵੀਡੀਓ ਰੋਕ ਦਿਆਂਗਾ. ਚਲਾਵਾਂਗਾ ਮੈਂ ਪੂਰੀ, ਲੇਕਿਨ ਜਿੱਥੇ ਇਤਰਾਜ਼ ਸਾਰੀ ਵੀਡੀਓ ਚਲਾਓ. ਕਿਉਂ
ਯਾਰ ਜਿੱਥੇ ਸਾਡਾ ਇਤਰਾਜ਼ ਹੈ ਜਿਸ ਅਗਰ ਤੇ ਇਬਾਰਤ ਲਿਖੀ ਹੁੰਦੀ ਨਾ ਤੇ ਫਿਰ ਮੈਂ ਤੁਹਾਨੂੰ ਕਹਿਣਾ ਸੀ ਕਿ ਯਾਰ ਇਹ ਸਰਕਲ ਜੇ ਇਹ ਹਰਫ ਦੇ ਉੱਤੇ ਮੈਨੂੰ ਇਤਰਾਜ਼ ਹੈ। ਇਹ ਵੇ ਆਡੀਓ ਦੇ ਵਿੱਚ ਸਾਨੂੰ ਜਿਹੜੀ ਗੱਲ ਤੇ ਇਤਰਾਜ਼ ਹੋਏਗਾ ਨਾ ਨਹੀਂ ਪੂਰੀ ਚਲਾਵਾਂਗਾ ਮੈਂ ਇਹ ਤੇ ਯਾਰ ਪੂਰੀ ਚਲਾਵਾਂਗਾ ਇਹ ਤੇ ਪੂਰੀ ਚਲਾਵਾਂਗਾ ਲੇਕਿਨ ਪੂਰੀ ਚਲਾਉਣ ਤੋਂ ਬਾਅਦ ਤੁਸੀਂ ਕਹੋ ਨਹੀਂ ਜੀ ਉਹਨੇ ਤੇ ਗੱਲ ਕੀਤੀ ਨਹੀਂ। ਤੇਰੀ ਜਾਨ ਅੱਗੇ ਵੀ ਤੁਸੀਂ 3 ਵਾਰੀ ਤੁਸੀਂ ਇੰਜ ਕੀਤਾ ਤੁਸੀਂ 3 ਵਾਰੀ ਅੱਗੇ ਇੰਜ ਸਾਰੀ ਕੀਤਾ ਦੁਨੀਆ ਸੁਣ ਰਹੀ ਹੈ ਨਾ ਥੱਲੇ ਸਾਰੀ ਦੁਨੀਆ ਸੁਣ ਰਹੀ ਹੈ। ਤੁਸੀਂ ਨੋਟ ਕਰੋ ਉਹਨੇ ਕਿਹਾ ਅੱਲਾ ਅਗਰ ਖੁਦਾ ਬਣਾਏਗਾ ਤੇ ਮਖਲੂਕ ਹੀ ਹੋਏਗਾ। ਨੋਟ ਕਰੋ ਜ਼ਰਾ ਅੱਗੇ ਹਾਂ ਅੱਗੇ ਚਲੋ ਕਰ ਲਿਆ ਨੋਟ। ਉਸਮਾਨ ਭਾਈ ਜਾਂ ਕੋਈ ਹੋਰ ਦੋਸਤ ਹੈ ਵੇ ਯਾਰ ਜਿਹੜਾ ਕੈਮਰਾ ਆਨ ਕਰਕੇ ਨਾ ਤੇ ਇਹ ਲਿਖੇ ਕਾਪੀ ਦੇ ਉੱਤੇ ਲਿਖੇ। ਕੋਈ ਦੋਸਤ ਹੈ ਵੇ ਜਿਹੜਾ ਕੈਮਰਾ ਆਨ ਕਰਕੇ ਕਾਪੀ ਤੇ ਲਿਖ ਸਕੇ। ਠਹਿਰੋ ਮੈਂ ਲਿਖ ਉਹ ਲੈਣਾ। ਭਾਈ ਸਾਰੀ ਦੁਨੀਆ ਸੁਣ ਰਹੀ ਹੈ ਐਡੀ ਤੇ ਲੰਮੀ ਆਇਤ ਦੀ ਕੋਈ ਨਹੀਂ। ਅੱਗੇ ਚੱਲੋ ਤੁਸੀਂ ਨਾ ਐਡੀ ਲੰਮੀ ਵੀਡੀਓ ਨੋਟ ਯਾਰ ਇੱਕ ਮਿੰਟ ਠਹਿਰ ਜਾਓ ਨਾ ਪੁਆਇੰਟ ਅਸੀਂ 1 2 3 ਲੈ ਲੈਣੇ ਆ ਨਾ ਉਹ ਕੋਈ ਗੱਲ ਨਹੀਂ ਹੈ ਤੇ ਕਿਹੜਾ ਯਾਰ 2 ਮਿੰਟ ਲੱਗ ਜਾਣਗੇ ਕੀ ਹੋ ਚਲੇ ਓ ਯਾਰ ਚਲਾ ਨਾ ਅੱਛਾ ਚਲੋ ਯਾਰ ਕੀ ਹੋ ਗਿਆ। हेलो मिर्जा यूनियन को फॉलोअर्स का पहला दावा अल्लाह अगर अब किसी और को खुदा बनाएगा ना तो वो होगी मखलूक, वो खुदा नहीं बन सकता। हाँ जी ए लिख लो उस्मान भाई कि अल्लाह जदों बनाएगा ना खुदा ते वो मखलूक खुदा होएगा। ए ले लियो यानी कि अल्लाह मखलूक खुदा बना सकता है। हाँ हाँ जी ए लिख। एक मिनट मैं एक पॉइंट ऐड कर अपना भाई साहब बोल सकना। जी जी बोलें आप जड़ा वर्ड एक क्या था अल्लाह ये अल्लाह पाक का जाती नाम है ये सिर्फ अल्लाह पाक से किसी और से नहीं हो सकता जी। दूसरा जड़ा लफ्ज़ खुदा जी खुदा मतलब खुद आ जड़ा आपे आया है उस किसी नहीं आता जी जी ये लफ्ज़ भी सिर्फ अल्लाह पाक से मतलब खुदा नहीं ये अल्लाह चले वो पाक से सिर्फ पास है तो सूरह यूसुफ है जेड़ा अल्लाह एक मिनट सबर कर एक मिनट ओदे च लफ्ज़ रब खुदा नहीं अच्छा ठहर जाओ अच्छा आगे चलाओ फिर एक मिनट ठहर जाओ। हाँ खुदा का बेटा हो सकता है अगर ए लिखो दरी खुदा उस्मान भी लिखो जरा कि हाँ खुदा का बेटा हो सकता है। ए लिखो जरा उस्ताद मोहतरम तशरीफ लाए थे जी। उस्ताद मोहतरम अस्सलाम वालेकुम। वालेकुम सलाम व रहमतुल्लाह। लो जी अच्छा यार किहदा नाम है केड़ी वीडियो वे जरा वीडियो बड़ी कमाल दी है भाई ये जी बड़ी कमाल दी है जी। अगे अच्छा जी मैं फॉरवर्ड कर देंगे ਤੁਹਾਨੂੰ अच्छा जी मैं ना ਤੁਹਾਨੂੰ WhatsApp कर देंगा यार तलकदारियां बाद च काट लियो पहले वीडियो ते चला दियो जेडी गल हो रही है ते मुकम्मल। जी जी एक मिनट रे साहब एक मिनट ठहर जो उस्ताद मोहतरम आ गए ने होंदी है गुफ्तगू क्यों टेंशन ले गए जी। अच्छा जी यार उस्ताद मोहतरम ते आ गए ने हुन साडे कोल इतना टाइम नहीं है। चलाओ ऑडियो चलाओ तुसी मुकदमा रखो अपना। अच्छा जी इजाजत है जी। सिर्फ एक मिनट मैं क्या पहले भी तुसां बड़े वादे कीते ने ते वादा पूरा कर दियो ते हुणे ही बल्कि सेंड कर दियो बाद च तुहानू ही भुल जाना ते मैनू ही भुल जाना। ਤੁਹਾਡਾ ਮਤਲਬ ਹੈ ਅਬੂ ਹਸਨ ਵਾਦੇ ਤੋਂ ਮੁੱਕਰ ਜਾਂਦਾ ਹੈ ਕੋਈ ਵਾਦਾ ਜੀ ਜੀ ਇਹ ਹੁਣੀ ਮੈਂ ਫਾਰਵਰਡ ਕਰ ਲਗਾ। ਅੱਛਾ ਇਹਨਾਂ ਦੇ ਵਿੱਚੋਂ ਕਾਦੀਆਨੀ ਮਰਜ਼ਈ ਕੌਣ ਨੇ ਕੋਈ ਸਮਝ ਨਹੀਂ ਆਈ ਖਾਪੀ ਪੈ ਗਈ ਹੈ। 2 ਆਈਡੀਆਂ ਨੇ ਇੱਕ ਚੌਧਰੀ ਤੈयब ਤੇ ਇੱਕ ਆਰ ਵਾਏ 3 ਸ਼ਾਹ ਜੀ 3 ਨੇ ਇੱਕ ਹੈ ਈਗਲ ਸਾਹਿਬ ਨੇ ਇੱਕ ਹੈ ਚੌਧਰੀ ਤैयब ਸਾਹਿਬ ਨੇ ਤੇ ਇੱਕ ਆਰ ਵਾਏ ਸਾਹਿਬ ਨੇ। ਮੁਫਤੀ ਸਾਹਿਬ ਸਾਨੂੰ ਤਰ੍ਹਾਂ ਨੂੰ ਛੱਡ ਕੇ ਨਾ ਬਾਕੀ ਸਾਰੇ ਛੋਟੇ ਅਹਿਮਦੀ ਨੇ। ਅੱਛਾ ਈਗਲ ਤੇ ਤैयब ਸਾਹਿਬ ਕੌਣ ਨੇ? ਇਹ ਦੋ ਸ਼ਾਹ ਜੀ ਤਿੰਨੇ ਹੀ ਜਿਹੜੇ ਨੇ ਨਾ ਮਿਰਜ਼ਾ ਇੰਜੀਨੀਅਰ ਦੇ ਫਾਲੋਅਰ ਨੇ। ਅੱਛਾ ਆਰ ਵਾਏ ਅਸੀਂ ਤੇ ਅੱਲਾ ਮਾਫੀ ਦੇ ਅਸੀਂ ਤੇ ਲਾਨਤ ਪਈ ਨੇ ਮਿਰਜ਼ਾ ਕਾਦੀਆਨੀ ਦਜਾਲ ਤੇ ਕਿਸੀ ਦਜਾਲ ਤੇ ਥਾਨੇ ਦਜਾਲ ਤੇ ਉਹ ਖਾਪੀ ਪਾ ਛੜੀ ਜੇ ਇੱਕ ਬੰਦਾ ਗੱਲ ਕਰ ਲੋ ਯਾਰ ਕੀ ਹੋ ਗਿਆ। ਮੈਂ ਕਰ ਰਿਹਾ ਮੁਫਤੀ ਸਾਹਿਬ ਮੈਂ ਕਹਿ ਰਿਹਾ ਮੈਂ ਤੇ ਲਾਨਤ ਪਈ ਨੇ ਕਾਦੀਆਨੀ ਦਜਾਲ ਤੇ ਇੰਜੀਨੀਅਰ ਸਾਹਿਬ ਦੇ ਫਾਲੋਅਰ ਸੁਣੋ ਅਸੀਂ ਤੇ ਲਾਨਤ ਭੇਜਨੇ ਆ ਕਾਦੀਆਨੀ ਦੇ ਜਾਲ ਤੇ ਚਿਸ਼ਤੀ ਦੇ ਜਾਲ ਤੇ ਥਾਨਵੀ ਦੇ ਜਾਲ ਤੇ। ਅੱਗੇ ਚੱਲੋ। ਹਾਂ ਮਿਰਜ਼ਾ ਜੂਨੀਅਰ ਜੇਲਮੀ ਦੇ ਫਾਲੋਅਰ ਹੋ ਤੁਸੀਂ? ਜੀ ਬਿਲਕੁਲ ਫਾਲੋਅਰ ਆ। ਬਿਲਕੁਲ ਠੀਕ ਹੋ ਗਿਆ। ਇਹ ਗੱਲ ਹੋਈ ਨਾ ਬੰਦਿਆਂ ਵਾਲੀ ਗੱਲ ਹੈ। ਹਾਂ ਅੱਛਾ ਆਰ ਵਾਏ ਸਾਹਿਬ ਤੁਸੀਂ ਇੰਜੀਨੀਅਰ ਦੇ ਫਾਲੋਅਰ ਹੋ? ਨਹੀਂ ਸਰਕਾਰ ਅਸੀਂ ਸਿਰਫ ਉਹਨੂੰ ਸੁਣਨੇ ਆ ਫਾਲੋਅਰ ਨਹੀਂ ਆ। ਅੱਛਾ ਬਸ ਫਾਲੋਅਰ ਅਸੀਂ ਨਬੀ ਪਾਕ ਦੇ ਆ। ਅੱਛਾ ਜੀ ਈਗਲ ਸਾਹਿਬ ਤੁਸੀਂ ਇੰਜੀਨੀਅਰ ਮਿਰਜ਼ਾ ਦੇ ਫਾਲੋਅਰ ਹੋ?
ਉਹਨੂੰ ਥੱਲੇ ਮੁਫਤੀ ਲਾ ਸਾਹਿਬ ਦਿਓ ਅੱਗੇ ਫਿਰ, ਚੱਲੋ, ਜਿਹੜਾ ਜਿਹੜੀ ਬੰਦਾ ਗੱਲ ਹੋ ਬੋਲਦਾ ਹੀ ਰਹੀ ਨਹੀਂ, ਉਹ ਬੋਲਣਾ ਪਸੰਦ ਹੀ ਨਹੀਂ ਕਰਦੇ, ਤੇ ਉਹਨੂੰ ਥੱਲੇ ਲਾ ਦਿਓ। ਮੁਫਤੀ ਸਾਹਿਬ ਥੋੜਾ ਜਿਹਾ ਮਿਊਟ ਰੱਖੋ, ਥੋੜਾ ਜਿਹਾ ਮਿਊਟ ਰੱਖੋ, ਤੈਯਬ ਗੱਲ ਸਾਹਿਬ, ਚੱਲ ਰਹੀ ਹੈ ਤੁਹਾਡੇ ਨਾਲ ਅੱਬੂ ਮੈਂ ਗੱਲ ਹਸਨ ਨਾਲ। ਕਰਨਾ ਵਾ ਜਰਾ ਥੋੜੀ ਜਿਹੀ। ਨਹੀਂ, ਮੈਂ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ, ਗੱਲ ਅੱਬੂ ਤੁਸੀਂ ਹਸਨ ਨਾਲ ਨਹੀਂ ਚੱਲ ਰਹੀ ਹੈ, ਕਰਨੀ ਸਬਰ ਤੇ ਰੱਖੋ। ਤੁਸੀਂ ਜਾਓ ਫਿਰ, ਜਾ ਕੇ ਕਿਉਂ ਇੱਥੇ ਮਤਲਬ ਅੱਛਾ ਯਾਰ ਮੈਂ ਨਮਾਜ਼ ਪੜ੍ਹ ਕੇ ਆਇਆ, 5 ਮਿੰਟ ਦਿਓ, ਮੈਂ ਨਮਾਜ਼ ਪੜ੍ਹ ਕੇ ਆ ਆਇਆ। ਜਿਹੜੇ ਬਾਕੀ ਸਾਰੇ ਬਾਏ ਨੇ ਇਹ ਖੋਤੇ ਨੇ, ਇਹ ਨਹੀਂ ਗੱਲ ਕਰ ਸਕਦੇ। ਯਾਰ ਤੂੰ ਭਾਈ ਤੂੰ ਥੱਲੇ ਥੋੜੀ ਦੇਰ ਬਹਿ ਜਾ, ਫਿਰ ਅਸੀਂ ਆਰਵਾਏ ਸਾਹਿਬ ਨਾਲ ਗੱਲ ਕਰ ਲਈਏ। ਅੱਗੇ ਮੈਂ ਗੱਲ ਇਹ ਕਰ ਰਿਹਾ ਕਿ ਇੱਥੇ ਤੈਯਬ ਨਮਾਜ਼ ਦਾ ਟਾਈਮ ਹੋ ਗਿਆ, ਮੈਂ ਨਮਾਜ਼ ਪੜ੍ਹ ਕੇ ਆਉਣਾ, ਫਿਰ ਕਰਨੇ ਆ ਗੱਲ। ਅੱਛਾ ਚਲੋ ਜਾਓ, ਤੁਸੀਂ ਵੀ ਜਾਓ, ਜਾਓ ਜਾਓ ਜਲਦੀ ਤੁਰ ਜਾਓ, ਕਿ ਮੈਂ ਕੱਢਾਂਗਾ ਤੇ ਫਿਰ ਕੰਮ ਖਰਾਬ। ਨਸ ਗਏ ਸਾਰੇ। ਨਹੀਂ ਨਹੀਂ ਜਾਓ, ਨਿਕਲ ਜਾਓ ਨਿਕਲ ਜਾਓ। ਬਈ ਗੱਲ ਕਿਸੇ ਤੁੱਕ ਨਾਲ ਕਰੋ। ਮੈਂ ਥੱਲੇ ਬਹਿ ਕੇ ਕਾਫੀ ਦੇਰ ਦੀ ਸੁਣ ਖਾਪੀ ਪਾਈ ਇਹ ਬਸ ਵੇ ਯਬ 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 ਯਬ। ਕੋਈ ਗੱਲ ਕਰੋ ਯਾਰ, ਕਿਸੇ ਤੁੱਕ ਨਾਲ ਕਰੋ। ਕੋਈ ਉਹ ਇੱਕ ਬੰਦਾ ਵਿਚਾਰਾ ਘੇਰਿਆ ਤੁਸਾਂ, ਆਸਫ ਉਹ ਮੱਠ ਹੈ ਵਿਚਾਰਾ ਸਾਡੇ ਚੋਂ, ਤੇ ਉਹ ਸ਼ਰੀਫਾ ਵੰਗਰਾ ਤੁਹਾਡੀ ਸੁਣਦਾ ਪਿਆ। ਤੁਸੀਂ ਬੰਦੇ ਦੇ ਬੱਚੇ ਹੀ ਨਹੀਂ ਬਣਦੇ ਪਏ, ਖਾਪੀ ਪਾ ਜਿਹੜੀ ਜੇ। ਹੁਣ ਆਸਫ ਤਾਂ ਲੜਾਈ ਝਗੜੇ ਵਾਲਾ ਸੀ ਨਹੀਂ, ਉਹ ਬੜਾ ਵਿਚਾਰਾ ਨਾ ਪੋਲਾਈਟ ਜੀ ਗੁਫ਼ਤਗੂ ਕਰਦਾ। ਉਹ ਇੱਕ ਨੂੰ ਘੇਰ ਕੇ ਬੈਠੇ ਨੇ 2-3 ਯਾਰ, ਮੈਂ ਥੱਲੇ ਬਹਿ ਕੇ ਸੁਣਨਾ ਵੀ ਮੈਂ ਕਿ ਬੰਦਾ ਕੀ ਇਹ ਪਿਆ ਹੋਵੇ। ਗੱਲ ਕਰੋ ਤੁਸੀਂ, ਗੱਲ ਕਰਨ ਵਾਸਤੇ ਹੀ ਹੁੰਦੀ ਏ, ਲੇਕਿਨ ਕਿਸੇ ਤੁੱਕ ਨਾਲ ਕਰੋ, ਕੋਈ ਤਰੀਕਾ ਹੁੰਦਾ ਇੱਕ। ਅੱਛਾ ਯਾਰ ਹੁਣ ਅਸੀਂ ਉਸ ਵੀਡੀਓ ਤੇ ਜ਼ਰਾ ਗੱਲ ਕਰ ਲਈਏ। ਆਸਫ ਜੀ ਉਸਤਾਦ ਮੁਹਤਰਮ, ਵੀਡੀਓ ਦਾ ਨਾਂ ਅਗਰ ਆਂਦਾ ਜੇ ਤੇ ਉਹ ਮੈਨੂੰ ਦੱਸ ਦਿਓ, ਮੈਂ ਹੁਣੇ ਸਰਚ ਖੁਦ ਕਰ ਲੈਣਾ। ਅੱਛਾ ਜੀ, ਮੈਂ ਲੱਭ ਰਿਹਾ ਵਾ ਵੀਡੀਓ। ਮੈਂ ਤੁਹਾਨੂੰ ਨਾ ਇਹਦੇ ਹੀ ਇੱਕ ਛੋਕਰੇ ਦੀ ਨਾ ਮੈਂ ਟਿਕਟੌਕ ਦੀ ਆਈਡੀ ਤੋਂ ਡਾਊਨਲੋਡ ਕੀਤੀ ਹੈ ਵਾਲੀ ਵੀਡੀਓ ਜਿਹੜੀ ਹੈ ਨਾ, ਮੈਂ ਤੁਹਾਨੂੰ ਇਹਦੀ ਅਸਲ ਵੀਡੀਓ ਲੱਭ ਕੇ ਨਾ ਮੈਂ ਸੈਂਡ ਕਰ ਜਾਏਗਾ, ਲੇਕਿਨ ओरिजिनल ਲਿੰਕ ਚਾਹੀਦਾ। ਜੀ ਮੈਂ ਲੱਭ ਲੈਣਾ। ਤੁਸੀਂ ਉਨੀ ਦੇ ਤਕਰਾਰ ਤੇ ਤਬਸਰਾ ਤੁਸੀਂ ਫਰਮਾਓ शाह जी, मैं बिल्कुल ठीक है। अच्छा ये देखें, ये जो अकीदा है ना कि अल्लाह किसी और को खुदा बनाएगा तो वो मखलूक खुदा होगा और खुदा का बेटा हो सकता है, ये शिरक है, ये खुले खुले शिरक हैं। अब देखें ये खुले खुले शिरक भी जो सुन के उसकी शिरक की भी तवील करे तो फिर तो वो बंदा खुद काफिर। अब ये जो मरज़ई थे, ये 3 मरज़ई ईगल तैयब आरवाए, अब इस बंदे की वो वाज़े तौर पे आसफ बार बार सुना रहा है कि ये देखे इसने कहा है, तो वो कह रहे नहीं असल में ना थोड़ी सी आगे से पीछे से वीडियो चलाओ तो फिर बात समझ आनी है। ये कौन सा तरीका यार? अस्सलाम वालेकुम वरहमतुल्लाहि वबरकातुहू। यार मैं कहता हूँ कि भाई इधर देखो कि मिर्जा सर जी मैं सलाम किया, जवाब तो दे दो मोची मुबशिर साहब। यार राम नाल मोची साहब थल्ले बह जाओ ना, तुसी राम नाल थल्ले बह। अच्छा तो बात ये है कि अच्छा जो भी बात करें उर्दू में करें, गालियां भी निकालें, उर्दू वाली कोई गालियां निकालें, क्योंकि रिकॉर्डिंग हो रही है, वो फिर पंजाबी कईयों को समझ नहीं आती, इंडियंस भी सुनते हैं और कई बंगाली सुनते हैं, उनको ये पंजाबी नहीं समझ आती। अच्छा तो गुजारिश ये है कि ये देखें कि मैं कहता हूँ जी क्या इसका नाम है, तैयब आया था जो उसका फॉलोवर था, मैं कहता हूँ तैयब तेरी माँ को बाजार के अंदर मिर्जा जूनियर जेलमी के फॉलोवर्स ने वो जना कर रहे हैं बाजार में। अच्छा अब मैंने जब इसको इतला दी है तो इसने तो फौरी तौर पे भागना है बाजार की तरफ। इसने उधर तो नहीं कहना कि अगे पिछे थोड़ी सी सुनाओ कहानी की होया सी, किंज घेरिया सी मेरी मां नूं। ओ भाई जब तेरी मां की बारी आई है तो तू उस टाइम तो फौरी तौर पे भागा है, और जब अल्लाह रसूल की बारी आई है तो तू अगे पीछे सुन रहा है। अगे पीछे सुनाओ तो फिर गल समझ आनी है। ये कौन सा तरीका है भाई? को खुदा का खौफ नहीं है तुम लोगों को? अगे पीछे से पहले सुनाओ तो फिर बात समझ आनी है। कादियानी भी यही कहते, अगे पीछे से 3-4 सफ़े पढ़ो तो फिर बात समझ आ रही है। इतनी बेगैरत कौम है कि इन्होंने अगे पीछा जो रखा हुआ है ना, वो अल्लाह रसूल के लिए रखा हुआ है, अपनी माओ के लिए इन्होंने नहीं रखा। तुम्हारी बाजियों के बारे में कोई आके कहे कि कॉलेज के अंदर तुम्हारी बाजी के साथ प्रोफेसर ने गेम डाल दी है, तो क्या तुम हमसे उधर तफसीलात पूछो कि अगे पीछे क्या हुआ था फिर हैं? उधर तो तुम जनाब
उछल कूद करते हो। बगैरत कौम है यार। कलमे तुम किस चीज के पढ़ते हो? ला इलाहा इल्लल्लाह, ला इलाहा इल्लल्लाह। ये जो नफी और इस्बात करते हो, ये तो फिर ये लोगों को तुमने दिखाने के लिए रखा हुआ है। बेहया हो। ला इलाहा, कोई इलाह नहीं है, कोई मिनी खुदा नहीं है, कोई ऐसा खुदा नहीं है कि जिसको खुदा खुदा बना सके। तुम हर इलाह की नफी करते हो, फिर इस बात करते हो कि इल्लल्लाह, मगर अल्लाह ही खुदा है। वो मुनाफिक हो तुम लोग, मुनाफिक मुशरक मुशरकीन जेलम। यही काम मिर्जा कादियानी भी करता था, और कादियानी आज तक तवीलात कर रहे हैं। मिर्जा कादियानी कहता है रई तुनी फिल्म नामी ऐन अल्लाह व यक्कन तु अन्ना नहीं हुआ, मैंने अपने मनाम के अंदर अपने आप को अल्लाह बने देखा, ऐन अल्लाह बने देखा, तो मैंने यकीन कर लिया कि मैं अल्लाह ही हूं। जब कादियानियों को हम ये इबारत पेश करते हैं तो कादियानी आगे से यही तवीलात करते हैं, अग्गा पीछा पढ़ो तो फिर बात समझ आनी है। और ये सरी कुफर है, शिरक है। रूहानी खजाइन जिल्द 5 है, सफा 564 है, पढ़ के देखें। वराई तुनी फिल मनामी ऐन अल्लाह व यक्कन तु अन्ना नहीं हुआ। वो कहता है मैंने अपने मनाम के अंदर अपने आप को अल्लाह बने देखा, अल्लाह ऐन अल्लाह, और फिर मैंने यकीन कर लिया कि मैं अल्लाह ही हूं। है जैसी तवीलात तुम कर रहे हो, फिर कादियानियों की भी तवीलात कबूल कर ली जाएंगी। वो भी तो तवील ही करते हैं ना, तो फिर उनकी तवीलात क्यों नहीं कबूल करते? असल में तुम खुद कादियानी लोग हो। मिर्जा जूनियर जेलमी जो है कादियानी फॉलोवर है, मिर्जे कादियानी का फॉलोवर है, उसका प्रमोटर है, उसके अकायद और नजरियात की इशाअत करने वाला है। ये बेशर्मी की इंतहा होती है। अल्लाह रसूल का मसला है, यहां पे तुम तवीलात कर रहे हो, बेहया हो। अपनी मां और अपनी बाजी, अपनी बेटी के बारे में कभी तुमने तवीलात नहीं की। हाँ भाई आसफ, चले गए हो कि इधर ही हो? नहीं मैं मौजूद हूँ शाह जी। वो वीडियो फिर भेजो जरा, ये वीडियो बड़ी जरूरी है। मैंने इसको वो मैंने शाह जी मैंने ना वो जो क्लिप है वो तो भेज दिया, लेकिन इसकी असल वीडियो जो है ना वो तलाश करने में दिक्कत है, क्योंकि उस बंदे ने ना अच्छा ये तो टिकटॉक की वीडियो है, उसको ग्रुप में सेंड कर दें, ग्रुप में। इसका एक तरीका है, वो तरीका बहरहाल मैंने पहले सीखा था तो मुझे अब वो भूल गया है, कि अगर वॉइस कहीं से मिल जाए ना, उस वॉइस को गूगल के ऊपर डालती हैं तो वो वॉइस जिस वीडियो के अंदर होती है ना, वो उस ओरिजिनल वीडियो के ऊपर ले जाता है आपको कि ये यहां से ली गई है। यूट्यूब पे ना उस्ताद मोहतरम, वहाँ पे माइक का ऑप्शन होता है यूट्यूब पे। हाँ। वो ऑन करें और वीडियो चला दें, दूसरे मोबाइल से वीडियो चला दें तो वो पिक कर लेगा मेरे ख्याल से। नहीं वो नहीं मुझे तरीका आता, तो वो आप करके जरा क्या उस्मान, ये वीडियो मुझे चाहिए भाई। अच्छा जी, इस वक्त कर आता है ये आसफ भाई, अभी कर सकते हैं। बस जो भी है ये चाहिए, आज करें या कल करें। जा मुफ्ती तू तैयब नु गालां देवे, तेरी भैन नाल जिना करांगे, ती कुत्ती मां दे बच्चे रहन चुक भैन दी फुद्दी खाने मुफ्ती मुबशर ते जिना। ये है जी कादियानी तबलीग, ये है बस है? इनका मिर्जा कादियानी भी ऐसे गालियां निकालता था ना, पूरी जिंदगी गालियां 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 गालियां, और मिर्जा जूनियर जेल में भी गालियां, और उसकी कौम भी गालियां। बस ये गालियों वाली कौम है, बस ये छोटा बड़ा मिर्जा बस ये ही है। चरसिए मवालिये किस्म के लोग इन्होंने इकट्ठे किए हुए हैं, और बदकार किस्म के हैं, गलत कारियां करवाने वाले, लवातत करवाने वाले लोग, हम जिन्स परस्त लोग, इन्होंने चार इकट्ठे किए हुए हैं। बस ये कन टुटा टाइप।
یہی کام ہے. اور بڑا سمجھتے ہم نے بڑا کوئی مار کا مار دیا گالی نکال کے نا, بڑا کوئی مار کا مار دیا. جب یہ گالیاں نکالتے ہیں آگے سے پھر ہمارے مسلمان بھی کوئی 4 گالیاں نکالنی شروع کر دیتے ہیں ان کی ماں بہن بیٹی کو, تو بڑے خوش ہوتے ہیں جی ہماری ماں کو گالیاں اگلے بندے نے بھی نکالی ہیں. بڑے چنگے کام کر رہے ہو ہیں, او بے غیر تو بے شرمو, بڑا کام کر رہے ہو ہیں. تم لوگوں کی مائیں بہنیں بیٹیاں اگر سن لیں نا کہ ہمارے بیٹے کیا کر رہے ہیں, وہ تمہیں جتیاں لگائیں کہ تم ہمیں گالیاں پڑوا رہے ہو. لوگوں کی ماں بہن بیٹی کو گالیاں نکال کے تم ہمیں بھی نکلوا رہے ہو. یہ تبلیغ ہے تم لوگوں کی. واہ واہ بغیر تو واہ. اچھا یہ وہ مطمئن بغیرت ہیں جن کی غیرت مر گئی ہے اپنے دیوبندی قادیانی مرزئی لوتیوں کا دفاع کرتے کرتے. جی سنیں جی, اسلامی قربانی ہے اور صفحہ 12 ہے, اور مرزا قادیانی کا رائٹ ہینڈ جو مربی تھا امتی تھا قاضی یار محمد, وہ لکھتا ہے, اس نے کتاب لکھی ہے اسلامی قربانی. وہ لکھتا ہے کہ جیسا کہ حضرت مسیح موت علیہ شلوار نے ایک موقع پر اپنی حالت یہ ظاہر فرمائی ہے کہ کشف کی حالت آپ پر اس طرح طاری ہوئی کہ گویا آپ عورت ہیں, اور جلاش نے رجولیت کی طاقت کا اظہار کیا. اوہو بلے بھائی بلے, رجولیت کی طاقت کا اظہار کیا, یہ کیا ہوتا ہے؟ اور آگے لکھا ہے سمجھنے والے کے لیے اشارہ کافی ہے. یہ پتہ کیا ہوتا ہے رجولیت کی طاقت کا اظہار؟ یہ جو مرزا جونیئر جیل میں اکیڈمی کے اندر نہیں کرتا مرزائیوں کے ساتھ, اور جو وہ اماد الاسلام نے بھی بتایا تھا کہ پیچھے کونڈم پڑے ہوتے ہیں, یہ وہ ہے رجولیت کی طاقت کا اظہار. تم سب بغیرت تو ہیں, کوئی ایک بندے کے بچوں والا کام نہیں ہے تم لوگوں میں. اچھا مجھے نا کئی لوگ پھر کہتے ہیں شاہ جی اچھی باتیں کیا کرے, شاہ جی اچھی باتیں. میں مطلب مجھے اچھی باتیں بتا دو یار, کوئی اچھی باتیں میں وہ کر لیتا ہوں. مرزا قادیانی کی کتابوں کے اندر کوئی اچھی بات ملتی ہے تو بتا دو. مرزا جونیئر جیلمی کی تقریروں کے اندر ویڈیوز کے اندر کوئی اچھی بات ہے تو بتا دو, وہ بیان کر دیں گے بھائی, کوئی مسئلہ نہیں ہے, آ جاؤ. لیکن وہ اچھی بات پھر تم لائیو ہمارے سامنے بیٹھو گے, تم بتاؤ گے کہ یہ والی اچھی بات ہے, پھر ہم اس کے اوپر ڈیبیٹ کریں گے کہ یہ اچھی بات ہے بھی کہ نہیں. اور اس اچھی بات کو کدھر لے کے جانا ہے, اس کا بھی تو کچھ کریں. کہتے ہیں نہیں یہ والی اچھی بات چھوڑ دیں اس کو چھوڑ دیں, تو کون سی کو پکڑیں پھر؟ چلو یار اب بات کریں. جی السلام علیکم. جی وعلیکم السلام. ہلو اب ان کو کیا ہو گیا یار, یہ کون سے بولنے کا طریقہ ہے؟ ہیلو کیا ہوتا ہے؟ چر سے شراب پی کے بےچارے ٹن ہو کے آ جاتے ہیں, کیا کریں مجبور ہیں یہ لوگ, ٹن ہو کے آ جائیں گے بےچارے, پیگ لگا کے آتے ہیں. اللہ ہی جانتا ہے یہ کون سی قوم ہے یار, خدا کی قسم. ان کو نا سارے محترم, وہ جو ابھی بات چل رہی تھی, اب رات کا وقت ہے, خود وہ کہتا ہے کہ اللہ کے لیے نٹوریس چیزیں, محال چیزیں داخل کرو گے تو اللہ کا جھوٹا ہونا. اب جب اللہ بیٹا بنا سکتا ہے, جب بنائے گا تو اللہ تعالیٰ کا جھوٹا ہونا ثابت ہو نہیں جائے گا کہ لم یلد ولم یولد. میں کہتا ہوں عثمان, یہ والی جو ویڈیو ہے نا, یہ مل جائے نا اگر, اوئے ہوئے مزہ پڑا. تو اس کے اوپر میں 3 واضح ویڈیو ترین اس اور کا عقیدہ واضح ہے, ایک ویڈیو کافی ہے یار.
एक वीडियो मैं कहता हूं कि मिर्जा जूनियर जेलमी के अकीदे के लिए काफी है। और ये अकीदा देख लें कहाँ से आया, इस्माइल देलवी से लेकर ये देवबंदियों से, सारा अकीदा उनसे आया। हाँ हाँ, वो भी कहते हैं ना कि भाई अल्लाह कबीहात के ऊपर कादिर है, इन अल्लाह ला कुल्ली शैइन कदीर, वो अल्लाह जो चाहे कर सकता है, दूसरा खुदा बना सकता है, अल्लाह झूठ बोलने के ऊपर कादिर है, ज़नाकारी के ऊपर, शराब नोशी के ऊपर। और ये सारा ये वाकई अकायद ये वाले गे थे मिर्ज़ा कादियानी के अंदर, क्योंकि मिर्ज़ा कादियानी भी वहाबी था पहले, तो बाद में उसने अपनी एक उम्मत तैयार की, तो वहां से फिर ये अकायद मिर्ज़ा जूनियर जेलमी के अंदर है। ये सारे बहन भाई हैं, आपस में मिले जुले हैं। आज ऐसे ही है उस्ताद मोहतरम, ये ऐसा अकीदा देवबंदियों से वहाबियों से आया है कि अच्छा ऐसा है उस्मान, एक एक बंदे को उठाएं, वो जो चले गए हैं ना उनमें से अगर कोई आना चाहता है तो एक एक बंदे को, ज्यादा को ना उठाया करें, पहले एक बंदे से बात करेंगे फिर दूसरे से, ये तरीका कार है ना। वो एकदम ही आ जाते हैं सारे बंदे, तो वो फिर बंदा किससे बात करे और किससे ये मिर्जा इंजीनियर के स्टूडेंट है नीचे यूसुफ, ये कहते हैं मैं समझना चाहता हूँ कुछ। करें आसफ, करें उस्मान आसफ करें बात। आसफ भाई बता यार मैं आपको अल्हम्दुलिल्लाह मैं आपको सुन रहा था जी। असिस्टेंट भाई मैं आया था पहले आपके पास, शायद तालिबान वाली आईडी से। बिल्कुल, मैंने आपकी वीडियो भी ली है, वो जो मुफ्ती डिंग डोंग था जो कहता था कि मुफ्ती तारिक मसूद जन्नत के सरदारों का सरदार है। मैं बैठा हुआ सुन रहा था आपको, आप करें कंटिन्यू करें शाह साहब। अच्छा फिर आप हजरात बैठे तशरीफ रखें, तो जब कोई फिर आया कोई कादियानी या मरज़ई तो फिर मैं आ जाऊंगा, मैं नीचे बैठ के ना 4U पे सुन रहा हूँ, ठीक है उस्मान? तो आप चलाएं, बराड़ चलाएं। जी जी देखें माज़अल्लाह, वो आसफ भाई तो चले वो नमाज़ पढ़ने चल गए, ये मैं बात कर रहा था माज़अल्लाह ये अकीदा इनका चेक करें कि कुरान कह रहा है कि अगर अल्लाह ताला बनाता तो वो मखलूक यानी कि वो अपनी मखलूक में से चुन लेता, क्योंकि वो काफिर जो हैं वो इल्ज़ाम लगाते थे कि अल्लाह ने बेटे बेटियां बनाए हैं, फरिश्ते फरिश्ते बेटियां बेटियां बनाए हैं। तो अल्लाह फरमाता है उनका रद्द करते हुए कि तुम ये कहते हो कि अल्लाह ने बनाए हैं, तो अल्लाह तो किसी ने चुन लेंदा, लेकिन अल्लाह पाक ने नहीं इस तरह फरमाया कीता। यानी मिसाल के तौर ते अगर कोई बंदा कहता है कि यार मैं शादी कर सकना लेकिन मैं शादी की नहीं, शादी मैं कर सकना वा लेकिन मैं की नहीं है, यानी कहता मतलब है मैं शादी कर सकना वा ना। ओ यार ये गल किधर ते कुरान पाक दी आयत किधर? भाई तू यही पे कहना ना कि अल्लाह बना सकता है बेटा लेकिन अल्लाह ने बनाया नहीं, अल्लाह इस चीज ते कादर है, यही गल कह रहे हैं ना तू। मैं तो सूरह जुमर आयत नंबर 4 दा ਤੁਹਾਨੂੰ ਤਰਜਮਾ ਸਰਕਾਰ ਦੱਸਿਆ, ਇਹ ਇੱਥੇ ਲਾ ਸਕਦੇ ਹੋ ਸਾਹਮਣੇ ਤੇ ਲਾ ਲਵੋ। ਉਹ ਅੱਗੇ ਆਰਵੇ ਦੀ ਆਈਡੀ ਤੇ ਤੂੰ ਆਇਆ ਸੀ? नहीं नहीं ओहो नहीं यही सी दूसरा मरज़ई है। नहीं मैं नहीं। अच्छा लेकिन वेलो मरज़ईयां दी गल एक ही सारे दी, भाएं मरज़ई आखिरी होए ते भाएं पहला होए ओदी गल एक ही होएगी। अच्छा ए देख के ए मैं जेड़ा वे ना आयत अगे मैं लगा पढ़ के सुनाना हाँ उस्मान भाई नूं सूरह निसा दी आयत नंबर 117 सॉरी 171 ओदे चला फरमांदा है यार कदी कोई मरज़ई भी सानू कुरान पढ़ के सुना दी यार, साडी ते दिली ख्वाहिश ही रहेगी साडी। नहीं देखो एक जगह तो इत्थे ला लेना सामने ला ले आयत यार, साडे पढ़े तुहानू यकीन नहीं आउणा। आसफ भाई एक जगह ते तुसी कह रहे हो कि तुसी शादी कर सकते हो लेकिन कीती नहीं,
ਤੇ ਇਹ ਜਿਹੜੀ ਤੁਸੀਂ ਆਇਤ ਪੇਸ਼ ਕਰ ਰਹੇ ਹੋ ਇੱਥੇ ਸਾਬਤ ਇਹ ਹੋ ਰਿਹਾ ਕਿ ਤੁਸੀਂ ਸ਼ਾਦੀ ਕਰਨ ਤੋਂ ਪਾਕ ਹੋ, ਤੁਸੀਂ ਇਸ ਚੀਜ਼ ਤੋਂ ਪਾਕ ਹੋ ਕਿ ਤੁਸੀਂ ਸ਼ਾਦੀ ਕਰੋ, ਲੇਕਿਨ ਉਹ ਤੁਸੀਂ ਪਹਿਲਾਂ ਕਹਿ ਰਹੇ ਮੈਂ ਕਰ ਸਕਦਾ। ਲੇਕਿਨ ਇਹ ਤੇ ਇਹੀ ਸਾਬਤ ਕਰ ਰਹੇ ਨੇ, ਅੱਲਾਹ ਪਾ ਕਹਿੰਦਾ ਕਿ ਮੈਂ ਪਾਕ ਹਾਂ ਇਹਨਾਂ ਕੰਮਾਂ ਤੋਂ, ਇਹ ਕਹਿੰਦੇ ਨਹੀਂ ਨਹੀਂ ਅੱਲਾਹ ਪਾਕ ਨਹੀਂ ਇਹਨਾਂ ਕੰਮਾਂ ਤੋਂ। ਅੱਲਾਹ ਸ਼ਾਦੀ ਵੀ ਕਰ ਸਕਦਾ ਹੈ, ਅੱਲਾਹ ਬੇਟਾ ਵੀ ਪੈਦਾ ਕਰ ਸਕਦਾ ਵੇ। ਨਾਉਜ਼ੁ ਬਿल्लाह ਅਸਤਗਫਿਰullah ਅਸਤਗਫਿਰullah। ਐਡੀ ਵੱਡੀ ਗੁਸਤਾਖੀ ਅੱਲਾਹ ਪਾਕ ਦੀ। ਅਬੂ ਹਸਨ ਕੋਈ ਖੁਦਾ ਦਾ ਖੌਫ ਕਰ ਯਾਰ ਤੁਸੀਂ ਖੁਦਾ ਦਾ ਖੌਫ ਕਰੋ। ਤੂੰ ਹੁਣ ਇੱਥੇ ਤੇਰੀ ਰਿਕਾਰਡਿੰਗ ਹੋ ਗਈ ਹੈ, ਤੂੰ ਆਪੀ ਖੁਦ ਕਿਹਾ ਵੇ ਕਿ ਅੱਲਾਹ ਇਸ ਚੀਜ਼ ਤੇ ਕਾਦਰ ਹੈ, ਤੂੰ ਨਹੀਂ ਕਿਹਾ। ਉਹ ਇਸ ਚੀਜ਼ ਦੀ ਮੈਂ ਨਹੀਂ ਗੱਲ ਕੀਤੀ, ਮੈਂ ਤਾਂ ਕਿ ਸੂਰਾ ਜ਼ੁਮਰ ਆਇਤ ਨੰਬਰ 4 ਦੇ ਵਿੱਚ ਜੋ ਲਿਖਿਆ ਬਈ ਸੂਰਾ ਜ਼ੁਮਰ ਕੇ ਪੂਰੇ ਕੁਰਾਨ ਤੋਂ ਅਕੀਦਾ ਅਖਜ਼ ਕੀਤਾ ਜਾਂਦਾ ਕਿ ਇੱਕ ਆਇਤ ਤੋਂ ਅਖਜ਼ ਕੀਤਾ ਜਾਂਦਾ। ਕੁਰਾਨ ਹੱਕ ਸੱਚ ਹੈ ਸਰਕਾਰ। ਮਸਲਨ ਅੱਲਾਹ ਜਿਹੜਾ ਵੇ ਅੱਲਾਹ ਇਸ ਚੀਜ਼ ਤੇ ਕਾਦਰ ਹੈ ਕਿ ਆਪਣਾ ਬੇਟਾ ਬੇਟੀ ਜਾਂ ਆਪਣੀ ਬੀਵੀ ਅੱਲਾਹ ਬਣਾ ਸਕਦਾ ਹੈ। ਇਸ ਚੀਜ਼ ਦਾ ਅਕੀਦਾ ਸਿਰਫ ਇੱਕ ਆਇਤ ਨੂੰ ਪੜ੍ਹ ਕੇ ਅਖਜ਼ ਕੀਤਾ ਜਾਂਦਾ ਕਿ ਬਾਕੀ ਦੀਗਰ ਆਇਤ ਨੂੰ ਵੀ ਦੇਖਣਾ ਹੈ। ਓ ਯਾਰ ਮੇਰਾ ਭਰਾ ਇਹ ਸਾਈਆਂ ਨੇ ਜਿਵੇਂ ਉਸਮਾਨ ਭਾਈ ਜ਼ਰਾ ਮੇਰੀ ਸਕਰੀਨ ਵੱਡੀ ਕਰੀਓ ਜ਼ਰਾ। ਮੈਂ ਆਖਰੀ ਗੱਲ ਕਰਾਂਗਾ ਉਸ ਆਇਤ ਤੇ ਆ ਜਾਓ ਨਾ। ਮੈਂ ਕਈ ਵਾਰੀ ਇਹਨਾਂ ਨੂੰ ਉਸ ਆਇਤ ਤੇ ਗੱਲ ਕੀਤੀ ਆ ਕਿ ਬਈ ਉਸ ਆਇਤ ਦੇ ਉੱਤੇ ਵੀ ਲਿਖਿਆ ਹੋਇਆ ਕਿ ਅਗਰ ਅੱਲਾ ਬੇਟਾ ਚਾਹੁੰਦਾ ਨਾ ਬਣਾਉਣਾ ਤੇ ਮਖਲੂਕ ਵਿੱਚ ਕਿਸੇ ਨੂੰ ਚੁਣ ਲੈਂਦਾ। ਅੱਗੋਂ ਉਹਨਾਂ ਨੇ ਕਿਹਾ ਕਿ ਅੱਲਾ ਪਾ ਕੇ ਐਬ ਤੋਂ ਪਾ ਕੇ, ਇਹਦਾ ਜਿਹੜਾ ਐਬ ਤੋਂ ਪਾ ਕੇ ਨਾ ਉਹਦਾ ਮਤਲਬ ਹੁੰਦਾ ਹੈ ਕਿ ਇਹ ਚੀਜ਼ ਬੁਰਾਈ ਹੈ, ਇਹ ਨਹੀਂ ਕਰੇਗਾ, ਅੱਲਾਹ ਦੇ ਸ਼ਾਨ ਦੇ ਲਾਇਕ ਹੀ ਨਹੀਂ, ਉਹਦੀ ਸ਼ਾਨ ਦੇ ਲਾਇਕ ਨਹੀਂ ਹੈ ਕਿ ਬੇਟਾ ਚੁਣੇ। ਅੱਛਾ ਉਸਮਾਨ ਭਾਈ ਇਧਰ ਆਇਤ ਜਿਹੜੀ ਹੈ ਨਾ ਇਹ ਇਹਨਾਂ ਕੋਲ ਮਰਜ਼ਈ ਸਾਹਿਬ को पढ़वानी है जी। पढ़ियो जरा जनाब, पढ़ी जा रही पढ़ो पढ़ी जा रही है। पढ़ियो जरा मैं तर्जमा पढ़ा या तू अरबी च पढ़ के लियावा? पहले अरबी च पढ़ लो फिर नाम में चले तर्जमा भी ऐथों पढ़ लो। तुसीं पता ही करो पूरी जे नहीं पढ़नी ना। औज़ु बिल्लाहि मिनश शैतानिर रजीम बिस्मिल्लाहिर रहमानिर रहीम। या अहलल किताबि ला तागू औते पेश है गैन दे उत्ते या जो जज़म है? नहीं जज़म है ते हां जी तागलू फी दीनिकुम वला तक़ूलू अलल्लाहि इल्लल हक़। गौर करना ईसा इब्नु मरियम व रसूलुल्लाहि व कलिमातुहु अलक़हा इला मरियम व रूहुम मिन्हु फ़आमिनु बिल्लाहि व रसूलिहि वला तक़ूलु सलासा इंतहु खैरन लकुम इन्नमल्लाहु इलाहुं वाहिद सुब्हानहु अन यकूना लहु वलदुन लहु मा फिस समावाति व मा फिल अर्द वकफा बिल्लाहि वकीला। जी तर्जुमा पढ़ो जरा। अहले किताब अपने दीन में हद से ना बढ़ो, यानी दीन की बात अंदर मैं समझा रहा के बारे में हक के सिवा कुछ ना कहो। मैं काफी देर तो यही तो समझा रहा कि दीन च गलू ना करो। अच्छा आगे पढ़ो यार। मैं गलू केड़ा कीता? मैं पढ़ो आगे पढ़ो दा हवाला दिता है तुसी ला आगे पढ़ो जी जी। मैं इल्जाम ना लाओ, वीडियो की रिकॉर्डिंग भी हो रही है। अच्छा मसीह में हक के सिवा कुछ ना कहो। मसीह यानी मरियम के बेटे ईसा ना खुदा थे ना खुदा के बेटे थे, बल्कि खुदा के रसूल और का एक ही और रसूल और का कलमा नहीं। बशारत कह रहे हो ना, बशारत। हाँ जी बशारत थे जो उसने मरियम की तरफ भेजा था और उसकी तरफ से एक रूह थे। तो खुदा और उसके रसूलों पर ईमान लाओ और ये ना कहो कि खुदा तीन है। नाउज़ुबिल्लाह इस इत्तिकाद से बाज आओ कि ये तुम्हारे हक़ में बेहतर है। खुदा ही माबूद वाहिद है और उससे पाक है और इससे पाक है उसके औलाद हो। जो कुछ आसमानों में और जो कुछ ज़मीन में है सब उसी का है और खुदा ही कारसाज काफ़ी है। जी बेशक खुदा ही कारसाज काफ़ी है, खुदा ही कारसाज काफ़ी है, बेशक खुदा ही कारसाज काफ़ी है।
ਬੇਸ਼ੱਕ ਅੱਛਾ, ਸੁਭਾਨ ਅੱਲਾਹ। ਇਹਦੇ ਤੇ ਕਿੰਨਾ 3 ਵਾਰੀ ਤੁਹਾਂ ਆਇਤ ਪੜ੍ਹੀ ਏ, ਲੇਕਿਨ ਇਹ 3 ਵਾਰੀ ਤਰਜਮਾ ਪੜਿਆ, ਉਹ ਨਹੀਂ ਤੁਹਾਂ ਪੜਿਆ 3 ਵਾਰੀ, ਬਲਕਿ ਤੁਹਾਨੂੰ 5 ਵਾਰੀ ਪੜਨਾ ਚਾਹੀਦਾ ਸੀ ਕਿ ਅੱਲਾਹ इससे पाक है कि अल्लाह के औलाद हो। बेशक बेशक अल्लाह इससे पाक है बेशक। नहीं ਤੁਸੀਂ ਕਹਿੰਦੇ ਹੋ ਇਨ ਅੱਲਾਹ ਅਲਾ ਕੁੱਲ ਸ਼ੈਇਨ ਕਦੀਰ, ਹੁਣ ਤੁਸੀਂ ਅੱਗੇ ਆਇਤ ਪੜ੍ਹੀ ਤੁਸੀਂ। ਹੋਇਆ ਤੇ ਐਂਡ ਹੋਇਆ ਨਾ, ਤੇ ਐਂਡ ਤੇ ਥੋੜਾ ਮੈਂ ਤਾਂ ਬਸ ਕੀ ਜੁਮਲਾ ਹੀ ਬੜਾ ਵੱਡਾ ਹੈ ਨਾ, ਮਤਲਬ ਐਂਡ ਹੋਇਆ ਨਾ ਤੇ ਇਸ ਜੁਮਲੇ ਤੇ। ਹੁਣ ਐਡਾ ਵੱਡਾ ਜੁਮਲਾ ਤੇ ਮੈਂ 3 ਵਜੇ ਦੁਹਰਾ ਰੁਣਿਆ। ਮੇਰੀ ਗੱਲ ਨਹੀਂ ਸਮਝੇ ਤੁਸੀਂ। ਅੱਗੇ ਕਿਹਾ ਨਾ ਕਿ ਅੱਲਾਹ ਆਪਣਾ ਬੇਟਾ ਬਣਾਉਣ ਤੇ ਕਾਦਰ ਏ, ਇਨ ਅੱਲਾਹ ਅਲਾ ਕੁੱਲ ਸ਼ੈਇਨ ਕਦੀਰ। ਨਹੀਂ ਕਿਹਾ ਆਪਣਾ ਬੇਟਾ ਬਣਾਉਣ ਤੇ ਕਾਦਰ ਹੈ, ਮੈਂ ਕਿਹਾ ਅੱਲਾਹ ਪਾਕ ਹਰ ਸ਼ੈ ਤੇ ਕਾਦਰ ਹੈ, ਲੇਕਿਨ ਅੱਲਾਹ ਪਾਕ ਫਰਮਾਂਦਾ ਹੈ ਅਗਰ ਮੈਂ ਚਾਹੁੰਦਾ ਤੇ ਮੈਂ ਆਪਣੀ ਮਖਲੂਕ ਚ ਚੁਣ ਲੈਂਦਾ। ਨਹੀਂ, ਅੱਲਾਹ ਪਾ ਕਹਿੰਦਾ ਵੇ ਕਿ ਇਹ ਮੇਰੇ ਵਾਸਤੇ ਇਹ ਇੱਕ ਪਾਕ ਕੰਮ ਨਹੀਂ ਹੈਗਾ ਕਿ ਮੈਂ ਆਪਣੀ ਔਲਾਦ ਬਣਾਵਾਂ। ਮੇਰੀ ਗੱਲ ਤੁਸੀਂ ਕਹਿੰਦੇ ਪਿਓ ਨਹੀਂ ਅੱਲਾਹ ਹਰ ਸ਼ੈ ਤੇ ਕਾਦਰ ਏ, ਅੱਲਾਹ ਆਪਣਾ ਬੇਟਾ ਬਣਾ ਸਕਦਾ। ਅੱਲਾਹ ਪਾ ਕਹਿੰਦਾ ਮੇਰੇ ਵਾਸਤੇ ਕੰਮ ਪਾਕ ਹੀ ਨਹੀਂ। ਆਪਣੇ ਮੂੰਹ ਦਾ ਲੁਕਮਾ ਨਾ ਮੇਰੇ ਮੂੰਹ ਚ ਦਿਓ ਤੁਸੀਂ। ਉਹ ਆਇਤ ਨੰਬਰ 4। ਅੱਛਾ, ਦਿਫਾ ਫਿਰ ਕਾਹਦਾ ਕਰਦੇ? ਦਿਫਾ ਕਾਹਦਾ ਕਰਦੇ? ਅਸੀਂ ਤੇ ਆਇਤ ਦਾ ਦਿਫਾ ਕਰ ਰਹੇ ਹਾਂ। ਨਹੀਂ, ਆਇਤ ਦਾ ਨਹੀਂ ਕਹੋ, ਮਿਰਜ਼ਾ ਇੰਜੀਨੀਅਰ ਦਾ ਦਿਫਾ ਕਰਨਾ ਪਿਆ। ਕਿਸ ਚੀਜ਼ ਦਾ ਦਿਫਾ ਕਰਦੇ? ਨਹੀਂ, ਮਿਰਜ਼ਾ ਇੰਜੀਨੀਅਰ ਛੱਡ ਕੇ ਭਾਵੇਂ ਕੋਈ ਹਿੰਦੂ ਵੀ ਆਇਤ ਪੜ੍ਹੇ, ਸੀ ਆਇਤ ਦਾ ਦਿਫਾ ਕਰ ਰਹੇ ਹਾਂ। ਮਿਰਜ਼ਾ ਇੰਜੀਨੀਅਰ ਦਾ ਦਿਫਾ ਠੇਕਾ ਤੇ ਪਹਿਲੇ ਆਪਣਾ ਪਹਿਲੇ ਨਾ ਇੱਕ ਕੰਮ ਕਰੋ ਕਿ ਜਿਹੜਾ ਤੁਹਾਡਾ ਦਾਵਾ ਵੇ ਨਾ, ਉਹਨੂੰ ਦਾਵਾ ਨੂੰ ਜ਼ਰਾ ਆਪਣੇ ਦਾਅਵੇ ਨੂੰ ਵਜ਼ਾਹਤ ਦੇ ਨਾਲ ਬਿਆਨ ਕਰ ਦਿਓ। ਹਾਂਜੀ, ਦਾਵਾ ਸਾਡਾ ਇਹ ਹੈ ਕਿ ਅੱਲਾਹ ਪਾਕ ਜੋ ਫਰਮਾ ਰਹੇ ਨੇ ਬਿਲਾ ਸ਼ੁਬਾ ਉਹ ਹੱਕ ਤੇ ਸੱਚ ਹੈ। ਪੂਰਾ ਕੁਰਾਨ ਅੱਲਾਹ ਦਾ ਹੱਕ ਤੇ ਸੱਚ ਹੈ, ਔਰ ਉਸੇ ਦੇ ਵਿੱਚ ਇਹ ਤੁਹਾਡਾ ਦਾਵਾ ਹੈ? ਇਹ ਦਾਵਾ ਹੈ? ਹਾਂਜੀ ਹਾਂਜੀ। ਇਹਦੇ ਤੇ ਸਾਡੀ ਬਹਿਸ ਹੋ ਰਹੀ ਹੈ ਕਿ ਅੱਲਾਹ ਦਾ ਕਲਾਮ ਸੱਚ ਹੈ, ਹੱਕ ਹੈ। ਇਹਦੇ ਤੇ ਸਾਡੀ ਬਹਿਸ ਹੋ ਰਹੀ ਹੈ ਜੀ। ਬੇਸ਼ੱਕ ਬੇਸ਼ੱਕ ਇਹਦੇ ਤੇ ਬਹਿਸ ਹੋ ਰਹੀ ਹੈ। ਹਾਂਜੀ ਹਾਂਜੀ। ਤੁਸੀਂ ਜਿਹੜੀ ਮੈਨੂੰ ਗੱਲ ਪੁੱਛੀ ਹੈ ਨਾ, ਉਹ ਸੂਰਾ ਜ਼ੁਮਰ ਆਇਤ ਨੰਬਰ 4 ਦਾ ਜਨਾਬ ਤੁਸੀਂ ਪੁੱਛਿਆ, ਤੇ ਮੈਂ ਕਿਹਾ ਜੀ ਬੇਸ਼ੱਕ। ਮੈਂ ਤੁਹਾਨੂੰ ਸੂਰਾ ਜ਼ੁਮਰ ਦਾ ਪੁੱਛਿਆ ਸੀ ਜਾਂ ਤੁਹਾਨੂੰ ਇਹ ਪੁੱਛਿਆ ਸੀ ਕਿ ਅੱਲਾਹ ਆਪਣਾ ਬੇਟਾ ਬਣਾ ਸਕਦਾ ਹੈ? ਨਹੀਂ, ਮੈਂ ਤੁਸੀਂ ਮੈਨੂੰ ਇਹ ਪੁੱਛਿਆ ਤੇ, ਲੇਕਿਨ ਮੈਂ ਤੁਹਾਨੂੰ ਹਵਾਲਾ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਬਈ ਮਿਰਜ਼ਾ ਇੰਜੀਨੀਅਰ ਕਹਿੰਦਾ ਹੈ ਕਿ ਅੱਲਾਹ ਮਖਲੂਕ ਖੁਦਾ ਵੀ ਬਣਾ ਸਕਦਾ ਹੈ ਤੇ ਅੱਲਾਹ ਆਪਣਾ ਬੇਟਾ ਵੀ ਬਣਾ ਸਕਦਾ ਵੇ, ਤੇ ਉਹਨੇ ਕੁਰਾਨ ਦਾ ਹਵਾਲਾ ਦਿੱਤਾ ਕਿ ਜੀ ਸੂਰਾ ਜ਼ੁਮਰ ਚ ਲਿਖਿਆ ਤਾਂ ਅੱਲਾਹ ਆਪਣਾ ਬੇਟਾ ਬਣਾ ਸਕਦਾ ਹੈ। ਸੁਣ ਲਓ ਜ਼ਰਾ, ਸੁਣ ਲਓ ਜ਼ਰਾ, ਸੁਣ ਲਓ ਨਾ ਜ਼ਰਾ। ਅੱਲਾਹ ਆਪਣਾ ਬੇਟਾ ਬਣਾ ਸਕਦਾ ਹੈ, ਬਣਾ ਸਕਦਾ ਹੈ। ਇੱਕ ਮਿੰਟ, ਇਹੀ ਦਾਵਾ ਤੁਹਾਡਾ? ਇਹੀ ਦਾਵਾ ਹੈ? ਠਹਿਰ ਜੋ, ਉਹ ਮੇਰਾ ਦਾਵਾ ਇਹ ਨਹੀਂ ਹੈ। ਪਹਿਲੇ ਮੇਰੀ ਗੱਲ ਪੂਰੀ ਸੁਣੋ ਨਾ। ਚਲੋ ਦਾਵਾ ਆਪਣਾ ਜੀ ਦਾਵਾ ਬਿਆਨ ਕਰ, ਦਾਵਾ ਬਿਆਨ ਸਭ ਬਿਲਕੁਲ ਵਜ਼ਾਹਤ ਦੇ ਨਾਲ। ਅੱਗੇ ਇੱਥੇ ਉਹ ਤੈਯਬ ਵੀ ਬੈਠੇ ਆ ਸੀ ਤੇ ਉਹ ਆਰਵਾਏ ਵੀ ਬੈਠੇ ਆ। ਉਹਦੇ ਕੋਲੋਂ ਵੀ ਮੈਂ ਦਾਵਾ ਪੁੱਛਿਆ ਸੀ ਨਾ, ਇਸੇ ਵਾਸਤੇ ਤੁਹਾਡੇ ਕੋਲੋਂ ਵੀ ਦਾਵਾ ਪੁੱਛ ਰਹੇ ਹਾਂ। ਹੁਣ ਗੱਲ ਸੁਣ ਲਓ ਨਾ ਸਰਕਾਰ, ਤੁਸੀਂ ਇਹ ਵੀਡੀਓ ਚਲਾਈ ਸੀ ਜਿਹੜੀ ਮਿਰਜ਼ਾ ਮੁਹੰਮਦ ਅਲੀ ਇੰਜੀਨੀਅਰ ਦੀ, ਠੀਕ ਹੈ, ਜਿਹਦੇ ਚ ਉਹਦੇ ਕੋਲ ਇੱਕ ਬੰਦਾ ਸਵਾਲ ਕਰਦਾ ਹੈ ਕਿ ਅੱਲਾਹ ਪਾਕ ਕਾਦਰ ਹੈ ਹਰ ਚੀਜ਼ ਤੇ, ਅੱਲਾਹ ਪਾਕ ਚਾਹੇ ਤੇ ਕਿਆ ਉਹ ਖੁਦਾ ਕਿਸੇ ਹੋਰ ਨੂੰ ਵੀ ਬਣਾ ਸਕਦਾ ਹੈ, ਹੋਰ ਦੂਸਰੇ ਖੁਦਾ ਵੀ ਬਣਾ ਸਕਦਾ ਹੈ। ਜਿਸ ਤਰ੍ਹਾਂ ਮਤਲਬ ਹਿੰਦੂ ਹੋ ਗਏ ਜਾਂ ਉਰਲੇ ਪਰਲੇ ਹੋ ਗਏ, ਉਹਨਾਂ ਨੇ ਕਿਹਾ ਜੀ ਸਾਡੇ ਖੁਦਾ ਨੇ, ਇਹ ਸਾਨੂੰ ਮਤਲਬ ਅੱਲਾਹ ਤੋਂ ਬਾਅਦ ਸਾਡੇ ਖੁਦਾ ਨੇ ਤੇ ਸਾਨੂੰ ਅੱਲਾਹ ਕੋਲ ਲੈ ਕੇ ਦੇਣ। ਅੱਲਾਹ ਪਾਕ ਨੇ ਫਰਮਾਇਆ ਤੇ ਉਹ ਇੰਜੀਨੀਅਰ ਨੇ ਜਵਾਬਨ ਇਹ ਕਿਹਾ ਵੇ ਕਿ ਅੱਲਾਹ ਪਾਕ ਅਗਰ ਕੋਈ ਖੁਦਾ ਬਣਾਵੇ ਤੇ ਉਹ ਮਖਲੂਕ ਹੀ ਹੈ। ਹਾਂ, ਅੱਲਾਹ ਪਾਕ ਦੀ ਜ਼ਾਤ ਆਪਣਾ ਬੇਟਾ ਅਗਰ ਚਾਹੁੰਦੀ ਤੇ ਬਣਾ ਸਕਦੇ ਸੀ, ਠੀਕ ਹੈ, ਲੇਕਿਨ ਅੱਲਾਹ ਪਾਕ ਨੇ ਨਹੀਂ ਬਣਾਇਆ। ਉਹ ਜਿਹੜਾ ਉਹਦੇ ਵਿੱਚ ਸਾਈਆਂ ਨੂੰ ਵੀ ਉਹਨੇ ਕੰਕਲੂਡ ਕਰ ਛੜਿਆ। ਇਹੀ ਗੱਲ ਪੁੱਛ ਰਹੇ ਹੋ ਨਾ ਤੁਸੀਂ ਮੇਰੇ ਕੋਲੋਂ ਕਿ ਕਿਆ ਅੱਲਾਹ ਪਾਕ ਆਪਣਾ ਬੇਟਾ ਬਣਾ ਸਕਦਾ? ਤੇ ਮੈਂ ਤੁਹਾਨੂੰ ਸਿੱਧਾ ਕਿਹਾ ਕਿ ਸੂਰਾ ਜ਼ੁਮਰ ਆਇਤ ਨੰਬਰ 4 ਦੇ ਵਿੱਚ ਲਿਖਿਆ ਹੈ ਕਿ ਅਗਰ ਮੈਂ ਚਾਹੁੰਦਾ ਤੇ ਮੈਂ ਆਪਣੀ ਮਖਲੂਕ 'ਚ ਕਿਸੇ ਨੂੰ ਚੁਣ ਲੈਂਦਾ ਆਪਣਾ ਬੇਟਾ, ਲੇਕਿਨ ਮੈਂ ਨਹੀਂ ਚੁਣਿਆ। ਅਗਰ ਚਾਹੁੰਦਾ ਤੇ ਬਸ ਇੰਨੀ ਗੱਲ ਹੈ। ਹੁਣ ਇਹਨੂੰ ਮਤਲਬ ਤੁਸੀਂ ਪਾਣੀ ਚ ਮਧਾਣੀ ਨਾ ਪਾਓ। ਤੇ ਅੱਧੀ ਆਇਤ ਦਾ ਤਰਜਮਾ ਕਰਨਾ, ਅਗਲੀ ਆਇਤ ਦਾ ਨਹੀਂ ਕਰਨਾ, ਸਿਰਫ ਇੰਨਾ ਹੀ ਕਰਨਾ ਕਿਉਂਕਿ ਤੁਹਾਡਾ ਮਿਰਜ਼ਾ ਇੰਜੀਨੀਅਰ ਬਚ ਰਿਹਾ ਵੇ, ਉਹਦੇ ਚ ਤੁਹਾਡਾ ਇੰਜੀਨੀਅਰ ਬਚ ਰਿਹਾ ਹੈ, ਤੁਹਾਡਾ ਮਿਰਜ਼ਾ ਇੰਜੀਨੀਅਰ ਬਚ ਰਿਹਾ ਵੇ। ਨਹੀਂ, ਅੱਲਾਹ ਤਾਲਾ ਦੀ ਜ਼ਾਤ ਨੇ ਤੇ ਕਿਹਾ ਕਿ ਮੇਰੀ ਸ਼ਾਨ ਦੇ ਲਾਇਕ ਹੀ ਨਹੀਂ, ਮੈਨੂੰ ਇਹ ਪਾਕੀ ਅੱਲਾਹ ਇਸ ਅਮਲ ਨੂੰ ਕਹਿ ਰਿਹਾ, ਅੱਲਾਹ ਇਸ ਅਮਲ ਨੂੰ ਯਾਨੀ ਕਿ ਅੱਲਾਹ ਫਰਮਾ ਰਿਹਾ ਵੇ ਕਿ ਅਮਲ ਮੇਰੇ ਵਾਸਤੇ, ਅੱਲਾਹ ਆਪਣੇ ਵਾਸਤੇ ਕਹਿ ਰਿਹਾ ਕਿ ਅਮਲ ਮੇਰੇ ਵਾਸਤੇ ਪਾਕ ਹੀ ਨਹੀਂ। ਅੱਛਾ, ਤੇ ਅਸੀਂ ਕਿਦੋਂ ਕਹਿ ਰਹੇ ਹਾਂ? ਅੱਲਾਹ ਪਾਕ ਆਪ ਹੀ ਤੇ ਫਰਮਾ ਰਹੇ ਨੇ ਕਿ ਮੈਂ ਅਗਰ ਚਾਹੁੰਦਾ ਤੇ ਮੈਂ ਚੁਣ ਲੈਂਦਾ, ਲੇਕਿਨ ਮੈਂ ਨਹੀਂ ਯਾਨੀ ਕਿ ਅੱਲਾਹ ਯਾਨੀ ਤੁਹਾਡੇ ਮੁਤਾਬਕ ਅੱਲਾਹ ਤਾਲਾ ਦੀ ਜ਼ਾਤ ਨੇ ਇੱਕ ਜਗ੍ਹਾ ਤੇ ਕੋਈ ਹੋਰ ਗੱਲ ਕੀਤੀ, ਦੂਜੀ ਜਗ੍ਹਾ ਤੇ ਦੂਸਰੀ ਗੱਲ ਕੀਤੀ, ਇਹ ਕਹਿਣਾ ਚਾਹ ਰਹੇ ਹੋ ਨਾ?
ਨਹੀਂ ਇਹ ਤਾਂ ਤੁਹਾਡੇ ਮੁਤਾਬਕ ਹੈ ਨਾ, ਸਾਡੇ ਮੁਤਾਬਕ ਨਹੀਂ, ਤੁਹਾਡੇ ਮੁਤਾਬਕ ਹੈ। ਤੁਸੀਂ ਆਪ ਹੀ ਬਾਰ-ਬਾਰ ਸੂਰਜ ਜ਼ੁਮਰ 'ਚ ਜਾ ਰਹੇ ਹੋ, ਇੱਥੇ ਵੀ ਉਹੀ ਗੱਲ ਲਿਖੀ ਦੀ, ਇੱਥੇ ਵੀ ਉਹੀ ਗੱਲ ਲਿਖੀ ਹੈ, ਇੱਥੇ ਵੀ ਬੇਟੇ ਦੇ ਬਾਰੇ ਲਿਖਿਆ ਜਾਵੇ, ਉੱਥੇ ਵੀ ਬੇਟੇ ਦੇ ਬਾਰੇ ਲਿਖਿਆ ਜਾਵੇ। ਇੱਥੇ ਅੱਲਾਹ ਕਹਿ ਰਿਹਾ ਹੈ, ਇੱਥੇ ਅੱਲਾਹ ਕਹਿ ਰਿਹਾ ਹੈ, ਸੁਣੋ ਜ਼ਰਾ, ਸੁਣੋ, ਤੁਸੀਂ ਮੁਨਕਰ ਹੋ, ਤੁਸੀਂ ਕਹਿੰਦੇ ਹੋ ਕਿ ਅੱਲਾਹ ਬਣਾ ਸਕਦਾ, ਤੁਸੀਂ ਵੀ ਕਹਿੰਦੇ ਹੋ ਅੱਲਾਹ ਬਣਾ ਸਕਦਾ ਬੇਟਾ। ਉਹ ਮੈਂ ਕਿਹਾ ਜੇ ਅਗਰ ਅੱਲਾਹ ਚਾਹੁੰਦਾ ਤੇ ਮੈਂ ਇਹ ਕਿਹਾ, ਅੱਲਾਹ ਪਾ ਕਹਿੰਦਾ ਮੈਂ ਨਹੀਂ ਚਾਹ ਸਕਦਾ, ਅੱਲਾਹ ਪਾ ਕਹਿੰਦਾ ਮੈਂ ਨਹੀਂ ਚਾਹ ਸਕਦਾ ਕਿਉਂਕਿ ਮੈਂ, ਅੱਲਾਹ ਪਾ ਕਹਿੰਦਾ ਹੈ, ਅੱਲਾਹ ਪਾ ਕਹਿੰਦਾ ਵੇ, ਅੱਲਾਹ ਫਰਮਾਂਦਾ ਪਿਆ ਵੇ, अल्लाह इस काम से, इस अमल से अल्लाह पाक है। अल्लाह पा कहता मैं इस अमल तो पाक हाँ कि मैं औलाद बनावा अपनी। एक काम नूं अल्लाह पा कहता है कि काम मेरे वास्ते पाकी वाला नहीं। तुसी बार बार बजिद तो मिर्जा इंजीनियर नूं बचाने वास्ते कि नहीं, एक काम जिन्हों अल्लाह अपने वास्ते जिस काम नूं अल्लाह पा कहता है कि मेरे वास्ते पाक नहीं, मेरी शान दे लायक नहीं, ਜਿਹੜਾ ਕੰਮ ਅੱਲਾਹ ਖੁਦ ਪੈ ਫਰਮਾਂਦਾ ਕੁਰਾਨ ਦੇ ਵਿੱਚ 2-3 ਜਗ੍ਹਾ ਤੇ ਕਿ ਮੇਰੀ ਸ਼ਾਨ ਦੇ ਲਾਇਕ ਨਹੀਂ ਕਿ ਮੈਂ ਆਪਣਾ ਬੇਟਾ ਬਣਾਵਾਂ, ਆਪਣੀ ਬੇਟੀਆਂ ਬਣਾਵਾਂ, ਮੇਰੇ ਸ਼ਾਨ ਦੇ ਲਾਇਕ ਨਹੀਂ। ਤੁਸੀਂ ਬਾਰ-ਬਾਰ ਪੇ ਕਹਿੰਦੇ ਹੋ ਨਹੀਂ ਮਿਰਜ਼ਾ ਇੰਜੀਨੀਅਰ ਕਿਉਂਕਿ ਸਾਡਾ ਜਾਲੀ ਨਬੀ ਹੈ, ਉਹਨੇ ਕਹਿ ਦਿੱਤਾ ਵੇ ਤੇ ਅੱਲਾਹ ਨੇ ਵੀ ਕਿਹਾ ਵੇ, ਹਾਲਾਂਕਿ ਅੱਲਾਹ ਤੇ ਕਹਿੰਦਾ ਮੇਰੇ ਲਾਇਕ ਹੀ ਨਹੀਂ। ਇੰਜ ਦੀਆਂ ਗੱਲਾਂ ਨਾ ਕਰੋ, ਆਖਰੀ ਨਬੀ ਹਜ਼ਰਤ ਮੁਹੰਮਦ ਸਾਬਿਤ ਕਰੋ ਨਾ ਭਾਈ, ਸਾਬਿਤ ਕਰੋ ਨਾ। ਮੈਂ ਤੇ ਤੁਹਾਡੇ ਸਾਹਮਣੇ ਪਿਆ ਕੁਰਾਨ ਦੀ ਆਇਤ ਪੇਸ਼ ਕਰਨਾ ਪਿਆ ਵਾਂ, ਮੈਂ ਤੁਹਾਡੇ ਸਾਹਮਣੇ ਕੁਰਾਨ ਦੀ ਆਇਤ ਪੇਸ਼ ਕਰਨਾ ਪਿਆ। ਅੱਲਾਹ ਕਹਿੰਦਾ ਮੇਰੇ ਵਾਸਤੇ ਪਾਕ ਹੀ ਨਹੀਂ ਹੈ ਕੰਮ। ਹੁਣ ਗੱਲ ਨੂੰ ਸੁਣੇਗਾ ਤੇ ਫੇਰ ਇਹਨਾਂ ਮੇਰਾ ਭਰਾ ਤੁਸੀਂ ਸੁਣਦੇ ਵੀ ਨਹੀਂ ਹੋ ਤੇ ਤੁਨੀ ਆਉਂਦੇ ਹੋ ਆਪਣੀਆਂ ਹੀ। ਜਿਹੜੀ ਪਿਛਲਾ ਹੈ ਨਾ ਕਿ ਅੱਲਾਹ ਨੇ ਕਿਹਾ ਨਾ ਕਿ ਜੇ ਅੱਲਾਹ ਚਾਹੁੰਦਾ, ਮੈਂ ਚਾਹੁੰਦਾ ਤੇ ਬਣਾ ਸਕਦਾ, ਇਸ ਚਾਹੁਣ ਤੋਂ ਮੈਂ ਪਾਕ ਹਾਂ। ਤੇ ਅਸੀਂ ਕਦੋਂ ਪੇ ਕਹਿੰਦੇ ਨਹੀਂ ਪਾਕ? ਤੁਸੀਂ ਕਹਿੰਦੇ ਪਏ ਨਾ ਕਿ ਤੁਸੀਂ ਤੇ ਕਹਿੰਦੇ ਪਏ, ਤੁਸੀਂ ਤੇ ਐਸੇ ਗੱਲ ਤੇ ਜ਼ੋਰ ਦਿੰਦੇ ਪਏ ਨਾ, ਤੁਸੀਂ ਤੇ ਕਹਿੰਦੇ ਪਏ ਅੱਲਾਹ ਹਰ ਸ਼ੈ ਤੇ ਕਾਦਰ ਹੈ। ਕਿਹਾ ਨਹੀਂ ਕਿ ਅਗਰ ਦਾ ਕੀ ਮਤਲਬ ਹੈ? ਅਗਰ ਕਿਹੜੀ ਗੱਲ ਚਾਹੁੰਦਾ? ਅਗਰ ਕਿਹੜੀ ਗੱਲ ਅਗਰ ਉਹਦੇ ਵਾਸਤੇ ਆਂਦਾ ਵੇ, ਅਗਰ ਉਹਦੇ ਵਾਸਤੇ ਆਂਦਾ ਵੇ ਕਿ ਬਈ ਉਹ ਕੰਮ ਮੁਮਕਿਨ ਹੈ ਅੱਲਾਹ ਵਾਸਤੇ, ਅੱਲਾਹ ਪਾ ਕਹਿੰਦਾ ਮੇਰੇ ਸੇ ਨਹੀਂ ਮੁਮਕਿਨ, ਮੈਂ ਪਾਕ ਹਾਂ। ਉਹ ਖੁਦਾ ਦੇ ਬੰਦੇ ਅਲਫਾਜ਼ ਦਾ ਚੁਣਾਵ ਸੋਚ ਸਮਝ ਕਰੀਦਾ, ਮੁਮਕਿਨ ਨਾ ਮੁਮਕਿਨ ਦੀ ਗੱਲ ਤੂੰ ਛੱਡ। ਵੇਖ ਤੂੰ ਜਿਵੇਂ ਅੱਛਾ ਅੱਲਾਹ ਜਿਸ ਕੰਮ ਨੂੰ ਕਹਿੰਦਾ ਹੈ, ਅੱਲਾਹ ਜਿਸ ਕੰਮ ਨੂੰ ਕਹਿੰਦਾ ਕਿ ਮੈਨੂੰ ਮੇਰੀ ਸ਼ਾਨ ਦੇ ਲਾਇਕ ਨਹੀਂ, ਮੈਂ ਇਹਨਾਂ ਚੀਜ਼ਾਂ ਤੋਂ ਪਾਕ ਹਾਂ, ਤੇ ਉਹ ਅੱਲਾਹ ਵਾਸਤੇ ਮੁਮਕਿਨ ਹੈ? ਸ਼ਾਨ ਦੇ ਲਾਇਕ ਨਹੀਂ ਹੈ। ਅੱਛਾ ਅੱਲਾਹ ਜਿਹੜਾ ਵੇ, ਗੱਲ ਸੁਣੋ ਨਾ ਹੁਣ ਮੇਰੀ ਵੀ ਯਾਰ ਹੈ ਤੇ ਜ਼ਿਆਦਤੀ ਤੁਸੀਂ ਮੇਰੀ ਗੱਲ ਸੁਣੋ ਨਾ, ਮੇਰੀ ਗੱਲ ਸੁਣੋ। ਅੱਲਾਹ ਜਿਸ ਕੰਮ ਨੂੰ ਕਹਿੰਦਾ ਕਿ ਮੇਰੇ ਵਾਸਤੇ ਪਾਕ ਨਹੀਂ, ਤੁਸੀਂ ਫਿਰ ਬਾਰ-ਬਾਰ ਬਜ਼ਿੱਦ ਹੋ ਕਿ ਨਹੀਂ ਉਹ ਅੱਲਾਹ ਵਾਸਤੇ ਮੁਮਕਿਨ ਹੈ। ਅੱਲਾਹ ਪਾ ਕਹਿੰਦਾ ਮੇਰੇ ਸੇ ਪਾਕ ही नहीं। अच्छा अगर मुमकिन है ना तो वो आयत नहीं आगे कि अगर तुम में रसूल आए, अगर तुम में रसूल आए तो ईमान लेकर आए, इसका मतलब है कि होर नबी आ सकते हैं। अगर तुम में रसूल आए हैं ना वो आयत, अगर तुम्हें वो भी अगर का लफ्ज़ है, इसका मतलब और नबी अल्लाह भेज सकता है। ਉਹ ਯਾਰ ਉਹ ਤਾਂ ਪਿਛਲੀਆਂ ਉਮਤਾਂ ਨੂੰ ਕਿਹਾ ਜਾ ਰਿਹਾ ਨਾ ਕਿ ਤੁਹਾਡੇ ਚ ਅਗਲੇ ਨਬੀ ਪੈਗੰਬਰ ਆਉਣਗੇ। ਮੌਜੂ ਦੂਸਰੇ ਪਾਸੇ ਟੁਰ ਜਾਣਾ ਵੇ ਉਸਮਾਨ ਵੀ। ਇਹ ਜਿਹੜੀ ਸਾਨੂੰ ਸਿਰਫ ਇਹ ਜਿਹੜਾ ਲਫ਼ਜ਼ ਹੈ ਨਾ, ਜਿਹੜਾ ਅੱਲਾਹ ਨੇ ਕਿਹਾ ਕਿ ਮੈਨੂੰ ਮੇਰੀ ਸ਼ਾਨ ਦੇ ਲਾਇਕ ਹੀ ਨਹੀਂ ਮੇਰੀ, ਯਾਨੀ ਕਿ ਇਹ ਦੇਖੋ ਨਾ ਅੱਲਾਹ ਫਰਮਾਂਦਾ ਵੇ ਕਿ ਅੱਲਾਹ ਇਸੇ ਪਾਕ ਹੈ। ਮੇਰਾ ਭਰਾ ਇੰਜ ਦੀਆਂ ਗੱਲਾਂ ਕਰਕੇ ਨਾ ਬਿਲਾ ਵਜ੍ਹਾ, ਮਤਲਬ ਦੁੱਧ ਚ ਮਧਾਣੀ ਆ ਪਾਣੀ ਚ ਮਧਾਣੀ ਪਾਉਣ ਵਾਲੀ ਗੱਲ ਹੈ, ਇਹ ਤੁਸੀਂ ਆਪਣਾ ਨੁਕਸਾਨ ਕਰ ਰਹੇ ਹੋ। ਮੈਂ ਤੁਹਾਨੂੰ ਸਹੀ ਦੱਸਾਂ ਤੇ ਇਹਨਾਂ ਗੱਲਾਂ ਦਾ ਅਗਰ ਮਗਰ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਉਹੀ ਤੇ ਕਹਿ ਰਿਹਾ ਵਾਂ ਚਰੋਕਣਾ ਕਿ ਅੱਲਾਹ ਪਾਕ ਦੀ ਜ਼ਾਤ ਨੇ ਫਰਮਾਇਆ ਕਿ ਅਗਰ ਮੈਂ ਚਾਹੁੰਦਾ ਤੇ ਉਹੀ ਨਾ ਮਤਲਬ ਤੁਹਾਡਾ ਇਹੋ ਕਹਿਣਾ ਕਿ ਅਗਰ ਅੱਲਾਹ ਵਾਸਤੇ ਅਗਰ ਜਿਹੜਾ ਨਾ ਉਹ ਕੋਈ ਫਰਕ ਨਹੀਂ ਪੈਂਦਾ। ਜੀ ਮੈਂ ਤੇ ਕਹਿ ਰਿਹਾ ਸਰਕਾਰ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ, ਕਿਉਂ ਨਹੀਂ ਮੈਂ ਕਹਿ ਰਿਹਾ? ਮੈਂ ਤੇ ਕਹਿ ਰਿਹਾ ਜ਼ਮੀਨ ਅਸਮਾਨ ਦਾ ਫਰਕ ਹੈ। ਮਤਲਬ ਇਹ ਵੇ ਕਿ ਜਦੋਂ ਅਗਰ ਨਾਲ ਗੱਲ ਹੋਵੇ ਤੇ ਉਹ ਗੱਲ ਨਹੀਂ ਹੁੰਦੀ ਕਿ ਹੁੰਦੀ ਏ? ਉਹ ਮੈਂ ਸਰਕਾਰ ਕਹਿ ਰਿਹਾ ਕਿ ਅਗਰ ਉੱਥੇ ਹੀ ਲੱਗਦਾ ਵੇ ਜਿਹੜੀ ਚੀਜ਼ ਮੁਮਕਿਨ, ਮਤਲਬ ਇੱਕ ਮਿਸਾਲ ਮੈਂ ਕਹਾਂ ਜੀ ਅਗਰ ਮੈਂ ਸ਼ਾਦੀ ਕਰਨਾ ਚਾਹਵਾਂ ਤੇ ਮੈਂ ਕਰ ਸਕਣਾ, ਠੀਕ ਹੈ, ਲੇਕਿਨ ਮੈਂ ਨਹੀਂ ਕਰਨਾ ਚਾਹੁੰਦਾ, ਠੀਕ ਹੈ, ਇਹ ਤੇ ਹੋ ਗਿਆ ਅਲਫਾਜ਼, ਠੀਕ ਹੈ। ਤੇ ਜੇ ਅਗਰ ਮੈਂ ਸ਼ਾਦੀ ਕਰ ਹੀ ਨਹੀਂ ਸਕਦਾ ਤੇ ਮੈਂ ਆਖਾਂ ਮੈਂ ਅਗਰ ਚਾਹਵਾਂ ਤਾਂ ਮੈਂ ਸ਼ਾਦੀ ਕਰ ਸਕਣਾ ਪਰ ਮੈਂ ਕਰ ਹੀ ਨਹੀਂ ਸਕਦਾ, ਤੇ ਉੱਥੇ ਤੇ ਅਗਰ ਨਹੀਂ ਲੱਗਣਾ। ਨਹੀਂ ਅੱਲਾਹ ਦੇ ਬਾਰੇ ਹੁਣ ਕੀ ਕਹਿਣਾ ਚਾਹੁੰਦੇ ਹੋ ਕਿ ਅਗਰ ਅੱਲਾਹ ਵਾਸਤੇ ਅਸੀਂ ਅਗਰ ਇਸਤੇਮਾਲ ਕਰ ਸਕਨੇ ਆ? ਅੱਲਾਹ ਨਹੀਂ, ਉਹ ਤਰਜਮੇ ਚ ਲਿਖੇ ਹੈ ਨਾ। ਸੁਣ ਵੀ ਤਾਂ ਲਈਦੀ ਹੈ ਨਾ, ਸੁਣ ਲਈਦੀ ਹੈ ਪਹਿਲੇ ਧਿਆਨ ਨਾਲ।
ਮੈਂ ਇਹ ਕਹਿਣਾ ਵਾਂ ਕਿ ਅਗਰ ਅੱਲਾ ਚਾਵੇ ਤੇ ਆਪਣਾ ਬੇਟਾ ਬਣਾ ਸਕਦਾ ਹੈ, ਲੇਕਿਨ ਉਹ ਬਣਾਉਂਦਾ ਨਹੀਂ, ਤੇ ਕਿਆ ਠੀਕ ਮੈਂ ਕਿਹਾ ਹੈ ਕਿ ਗਲਤ ਕਿਹਾ ਹੈ? ਇਹ ਤੇ ਵੇਖੋ ਜਦੋਂ ਕੁਰਾਨ ਪਾਕ ਨਾਜ਼ਲ ਹੋਇਆ ਉਦੋਂ ਦੀ ਗੱਲ ਸੀ, ਉਦੋਂ ਸੀ ਨਾ ਕਿ ਅੱਲਾਹ ਪਾਕ ਅਗਰ ਚਾਹੁੰਦੇ ਤੇ ਆਪਣਾ ਬੇਟਾ ਬਣਾ ਸਕਦੇ, ਬੇਟਾ ਚੁਣ ਲੈਂਦੇ, ਬਣਾ ਨਹੀਂ ਸਕਦੇ, ਚੁਣ ਲੈਂਦੇ, ਠੀਕ ਹੈ। ਲੇਕਿਨ ਅੱਲਾਹ ਪਾਕ ਇਸ ਚੀਜ਼ ਤੋਂ ਪਾਕ ਨੇ। ਮੈਂ ਸਵਾਲ ਤੁਹਾਡੇ ਨਾਲ ਕੀਤਾ ਹੀ ਨਹੀਂ ਹੈ। ਮੈਂ ਸਵਾਲ ਕੀ ਕੀਤਾ ਸੀ? ਹਾਂਜੀ ਹਾਂਜੀ ਹਾਂਜੀ, ਕੀ ਕੀਤਾ? ਤੁਸੀਂ ਉਹੀ ਨਾ, ਤੁਹਾਨੂੰ ਅਸਲ 'ਚ ਕੋਈ ਗੁਬਾਰ ਹੈ ਕਿਸੇ ਚੀਜ਼ ਦਾ, ਤੁਸੀਂ ਤਵੱਜੋ ਹੀ ਨਹੀਂ ਦਿੰਦੇ ਪਏ ਕਿ ਸਵਾਲ ਕੀ ਹੋ ਰਿਹਾ, ਜਵਾਬ ਕੋਈ ਹੋਰ ਦਿੰਦੇ ਹੋ। ਸਵਾਲ ਮੈਂ ਕੀਤਾ ਹੈ ਕਿ ਅਗਰ ਮੈਂ ਕਹਿੰਦਾ, ਮੈਂ ਮੁਬਸ਼ਰ शाह, मुफ्ती मुबशर शाह कहे कि अगर अल्लाह चाहे तो अपने जैसा एक और खुदा बना सकता है, लेकिन बनाता नहीं है, मैंने ये बात दुरुस्त कही है कि गलत की कही है? नहीं, ये बात आपकी गलत है, क्योंकि अल्लाह तो जो खुदा बनाएगा वो तो मखलूक है, उसका खालिक अल्लाह है, ऐसा तो नहीं हो सकता ना। हाँ, अगर आप ये कहें कि अगर अल्लाह चाहे तो अपने जैसा एक और बना दे, लेकिन वो मखलूक होगा, वो खुदा ना होगा, तो वो जुमला कुछ समझ में आता है। अच्छा, वो समझ आता है, ठीक है। अच्छा, आप रुकिएगा। अच्छा, ये वही बात है जो बात मैंने की थी, वही बात आपने कर दी है, लेकिन लफ्ज कुछ और आपने बोले हैं। तो लफ्जों से ही फर्क पड़ता है ना अपना जनाब मुफ्ती साहब, लफ्जों से फर्क पड़ता है ना। बात तो सुने ना, बात तो सुने। अल्लाह अकबर, बड़ी देर के लगे हुए हैं आप, देख लें। आपको मैं सिर्फ समझाने के लिए आया हूँ। अगर तो उलझना है तो उलझने के लिए आज सब बैठा हुआ है, वो माशाल्लाह उसका काफी स्टेमिना है, 2-2, 4-4, 5-5 घंटे उलझता रहता है। वो कोई टेंशन, मेरे पास नहीं है इतना टाइम, मेरे पास मैं तो बात करें। सुन तो लेना यार, सुन तो लेना यार, सुन तो ले। आप असल में उलझने वाले हैं, आप समझने वाले नहीं है मेरे भाई, आप बीच में टोकने वाले हैं। बात एक और ही होती है, बीच में आप बोलने वाले लोग, इस तरह के बड़े कादियानी भी मुल्हिदीन और इस तरह के आते ही रहते हैं हमारे पास। बात ये है, ओ यार भाई सुन तो ले, बात तो सुन ले, बीच में टोक के कमाल हो गई है। ये तो इंसानियत चीज नाम की कोई चीज नहीं है आपके अंदर, और आप बात कर रहे हैं, आपको तो पता ही नहीं है इंसान क्या होता है, इंसानी अखलाक क्या होते हैं, बात कैसे की जाती है। भाई मैं जब चुप हो जाऊंगा आप बोल लीजिएगा, जो कहना हुआ कह लीजिएगा, बीच में बोलते हैं आप। कुछ तमीज होती है इंसान को, कुछ भी नहीं है आपके पास। तो ये है कि आप उलझिए, जरूर उलझिए, घंटों भर बैठे रहिए। मैं तो बस सिर्फ पूछने के लिए आया था, और रिकॉर्डिंग हो रही है, देख लें जी। ये मिर्जा जूनियर जेलमी का ये सहाबी बैठा हुआ है, अब पता नहीं कि कौन सा सहाबी है, वो अशरा मुबशरा में शामिल है, या हक 4 यार में है, या 313 में है, या वो बढ़ने वाले सहाबियों में शामिल है। ये तो आसफ भाई पूछ लेंगे बाद में इनसे। तो बात वही, इनका अकीदा है, मुशरिकाना अकीदा, कि अल्लाह पाक जब चाहेगा ना अपने जैसा खुदा बनाना तो बना तो सकता है, लेकिन वो खुदा क्या होगा, मखलूक खुदा कहलाएगी। एक नया नाम इन्होंने एक मुतारफ करवाया है, और मिर्जा जूनियर जेलमी ने भी, और इन लोगों ने। मिर्जा जूनियर जेलमी की वो वीडियो जरा एक दफा सुन लीजिए। वो मैंने सुनी है। हम सब मानते हैं क्या अल्लाह अपने जैसे और खुदा बना सकता है? अल्लाह ताला जिसे भी बनाएगा ना वो मखलूक ही होगी। तो अल्लाह की डेफिनेशन ये है कि अल्लाह पैदा नहीं हुआ हुआ, लम यलिद, अल्लाह सबसे बड़ा है, हम सब मानते हैं क्या अल्लाह अपने जैसे और खुदा बना सकता है? अल्लाह ताला जिसे भी बनाएगा ना वो मखलूक ही होगी। तो अल्लाह की डेफिनेशन ये है कि अल्लाह पैदा नहीं हुआ हुआ, लम यलिद वलम यूलद। अल्लाह अगर अब किसी और को खुदा बनाएगा ना तो वो होगी मखलूक। वो अल्लाह और को किसी को खुदा बनाएगा ना वो मखलूक खुदा होगा। पहले तो मिनी खुदा की डेफिनेशन इन्होंने दी थी, अब मखलूक खुदा की इन्होंने डेफिनेशन एक दी है। ओए होए ओ थोड़ी सी बात करके मैं खुद ही चला जाऊंगा, तो चूंकि रिकॉर्डिंग हो रही है तो रिकॉर्डिंग के अंदर वो मैसेज एक जाना चाहिए। आप असल में
उलझने वाले हैं, तो मेरे पास इतना टाइम नहीं है मेरे भाई, आप बैठ के ना उलझते रहिएगा, ठीक है। वो आपके साथ उलझने के लिए बैठे हुए हैं दोस्त, वो उलझ लेंगे आपसे, मुझे अपनी बात कर लेने। अब ये देखें, इन्होंने एक मखलूक खुदा का जो है ना ये एक दिया है अकीदा। पहले मिनी खुदा का अकीदा मिर्जा जूनियर जेलमी ने दिया था, अब मखलूक खुदा का अकीदा आ गया है, और ये एक मर्ज़ई बैठा हुआ है और वो एक्सेप्ट कर रहा है कि हाँ वो मखलूक खुदा होगा, जबकि हम हर किस्म के खुदा की नफी करते हैं मुसलमान। ला इलाहा, वो चाहे मखलूक खुदा हो या खालिक खुदा हो, दुनिया के कायनात के हर खुदा की नफी, हकीकी खुदा हो चाहे वो मजाजी खुदा। आगे जाके हम इस बात करते हैं कि जब हर किस्म के खुदा की नफी हो गई है ना, अब सिर्फ एक है, वो है कौन है? वो अल्लाह पाक। ला इलाहा, मुल्हिदीन में और हमारे अंदर यही फर्क है। मुल्हिदीन ये कहते हैं ला इलाहा, वो कहते हैं इलाह तो है ही कोई नहीं, वो इस बात नहीं करते। हाँ, मुसलमान जो है ना वो इस बात फिर करता है कि ला इलाह के बाद है कि इल्लल्लाह, मगर अल्लाह खुदा है। जबकि मिर्जा जूनियर जेलमी जो है उसने ये अकीदा और नजरिया, पहले ये अकीदा दिया था मिर्जे कादियानी ने, खुदाई का अकीदा, तो उसी के पैटर्न के ऊपर चलते हुए मिर्जा जूनियर जेलमी ने ये अकीदा दिया है। पहले कहा उसने कि अल्लाह ने कहा जी 60 साल की उम्र दे दो, मैं तुम्हें मिनी खुदा बना दूंगा। अब ये एक नया अकीदा उसका सामने आया है कि जनाब खुदा अगर बनाएगा वो मखलूक खुदा कहलाएगा। लो जी, मखलूक खुदा का अकीदा सामने आया है। अच्छा, बड़ी एक मजे की बात आपको बताने लगा हूं कि मिनी खुदा का अकीदा जो है वो हमारे थे उमर चौधरी, उन्होंने पहली दफा ये निकाल के बताया था, तो ये माशाल्लाह ये क्रेडिट उनको जाता है। और अब से ये शुरू होने लगा एक नया काम मखलूक खुदा का, और ये तहकीकात हैं हमारे आसफ भाई की, तो अल्लाह इनको सलामतियां अता फरमाए। ये मुजाहिदीन ने, और यार चुप करके मैं अपनी बात कर रहा हूँ, आपसे बात नहीं कर रहा मियां, आपने जाना तो चले जाए, इल्जाम ते मुझे ना अपनी बात लाओ, करने दे। मेरे ते कदा इल्जाम ला रहे हो तुसी? गल तुसी करो भाई अपनी, आप लेकिन मेरे मुझसे ते मैं ना। बात कर ही नहीं रहा मियां, आपसे नहीं कर रहा, आप अभी चुप हो आपने जाए। कहा मरजई है ये, ठीक है, आपने मुझे ठीक है, मरजई कहा है, ये चलो ज्यादती ठीक नहीं हो, है। मैं ठीक अल्लाह हो के गया, नबी का ठीक तो मैं हो। नबूवत पे मेरा तो अल्लाह पाक सलामतियां अता फरमाए जी। ये आज से, आज डेट है कितनी, 20 अक्टूबर 2024 है, और आज से नई पार्टी शुरू हो रही है मखलूक खुदा की। पहले मिनी खुदा की पार्टी कोई 4-5 साल रही है, तो उसके बाद अब ये नया वर्जन शुरू हो गया है मखलूक खुदा। आज से ये, अच्छा ये जो है ना, ये हम रिकॉर्डिंग चूंकि हो रही है तो ये हम आपको बता दें, क्वेश्चन एंड पब्लिक के साथ क्वेश्चन एंड आंसर सेशन नंबर 128 है, 7/1/24 की ये वीडियो है, और वीडियो की टाइमिंग है जनाब 2 मिनट के बाद। 2 मिनट के बाद ये एक सवाल किया था मिर्जा जूनियर जेलमी के एक मर्जई ने कि अल्लाह खुदा बना सकता है कि नहीं, उसके ऊपर इसने जवाब दिया था कि मखलूक खुदा। शाह जी माजरत चाहता हूँ, वो वीडियो जब स्टार्ट होती है ना तो 2 घंटे और 3 मिनट के ऊपर वो सवाल है जी। अच्छा, 2 घंटे और 3 मिनट आपने वो लिखा है ना, तो मैं समझा शायद वो 2 मिनट की बात। अच्छा, 2 घंटे 3 मिनट, ठीक। लो जी, ये रिकॉर्डिंग के ऊपर ये बात रहेगी, और हमने ओरिजिनल चीज बता दी है, जाके खुद देख लें भाई उसकी वीडियो। अगर उसने डिलीट ना कर दी तो आप खुद देख सकते हैं, ठीक है। तो रब रखा जी, बैठे जी आप हजरात, और मेरी बात कंप्लीट होगी। जज़ाकल्लाह शाह जी, जज़ाकल्लाह। ये तफसीर इब्ने अब्बास मैंने निकाली आसफ भाई, माशाल्लाह क्या तफसीर की है साहब रसूल
ابن عباس رضی اللہ تعالیٰ عنہ نے وہ تمام آیات کی تفسیر کرتے ہوئے نا، عثمان بھی اس کو لینا کال پہ ابھی، جی اس کو لینا کال پہ ابھی؟ لے لیں، اگلا آپ نے الجھنا ہے یا کوئی بات کرنی ہے لے لیں۔ چلیں اپنے کفر پہ پکے تو ہو جائے نا، یہ میں کہتا ہوں کو بات رہے نہ جائے۔ ہاں یار وہ مفتی صاحب سے ایک سوال کرنا تھا، وہ چلے گئے ہیں۔ وہ تو چلے گئے، آپ ہم سے کریں سوال، وہ چلے گئے، ہم سے کریں سوال۔ اچھا میں سیم سوال آپ سے کرتا ہوں کہ اللہ تو ہر چیز پہ قادر ہے بے شک، یہ مجھے پہلے بتائیں، اللہ ہر چیز سے کیا مراد ہے؟ ہر چیز سے کیا مراد؟ اللہ شادی بھی کر مطلب سکتا ہے؟ شادی بھی ایک چیز ہے، شادی نہیں بھی ایک چیز ہے، نہیں چیز شادی کوئی چیز نہیں ہے۔ نہیں اب آگے بات سنیں نا، اللہ تو ہر چیز بتاؤ پہ نا، قادر ہے۔ میری میرا بات سوال تو شادی پورا کوئی سن چیز لو، ہے کہ نہیں؟ اور بھائی ہر سوال تو چیز پورا کیوں سن کہا لو۔ تم نے؟ ہاں اللہ ہر چیز پہ جھوٹ قادر نہیں ہے۔ بھائی دیکھو جھوٹ بھی ایک شے ہے کہ نہیں؟ اور میرے بھائی پہلے بات سن لو پوری، پھر میرے آگے بھائی بات میرا کریں بھی گا۔ جواب دے دو، سوال شادی سنو اور گے بعد جھوٹ میں شے ہے کہ جواب نہیں؟ دے لینا۔ عثمان بھائی وہ خود کہہ تو رہا ہے کہ اللہ ہر شے پہ قادر ہے، تو وہ اس کا مطلب ہے مان رہا ہے کہ اللہ جو ہے وہ شادی بھی کر سکتا ہے، اللہ کی بیٹیاں بھی اور ہیں، ہو شادی سکتی انسانوں ہیں، کی ہوتی ہے میرے بھائی، انسانوں کی اللہ ہوتی ہے، اللہ اللہ تو اولاد اللہ کی کس نہیں کی ہوتی ہے؟ اولاد کس کی ہوتی ہے؟ تو اولاد بھی انسان کی ہوتی ہے۔ بیٹا تو بھی آپ بیٹا بھی تو، اتنی دیر اور سے پھر میری کیا گل کر رہے تھے سنو، یہاں پہ آپ؟ دیکھیں بیٹے کیا کر آصف رہا بھائی تھا خود میں؟ مان گیا، کیا کر رہا تھا میری میں؟ بات تو سنیں، ایسے کوئی خود بات مان نہیں کی گیا، کہ اللہ کا کوئی بیٹا ہے، نعوذ باللہ۔ دیکھیں جی وہ تو خود مان گیا کہ وہ تو شادی عیسائی انسانوں کہتے کی ہیں۔ ہوتی ہے، اور یہ انسان کے لیے اچھا ہے، اس کا سوال مطلب نہیں بیٹا بھی سننا، تو، یہ تہاڈے دجال ہے، تسی سوال نہیں میرا سنیا۔ بیٹا بھی تو او ہوتا میرا ہے پتر تسی مخلوق کا، جواب دین انسانوں جوگا ہی کا۔ کوئی نہیں، تہاڈے دلاں 'چ پانی ہی کوئی نہیں، گل اے وے۔ آصف بھائی مان او گیا، موچی آیا تے او بھی اپنا ٹیں ٹیں کر کے یہ ٹر گیا، دیکھیں، تسی بھی ہن ٹیں ٹیں لا کھڑی۔ یہ دیکھیں خنزیر کے بچے اگر ابھی بکواس کی نا ان کے سوال نہیں ساتھ پورا بیٹھا ہون بھی، دینا، ایڈے کو تسی ابھی خنزیر ہو، ابھی ایڈے کو بھاگ ابھی گیا، مرزئی جو ہے نا وہ پھنس گیا تھا۔ ابھی مرزئی نے اپنی دوبر خود آگے کی ہے کہ ٹھڈا مارو۔ کہتا ہے شادی کوئی شے نہیں ہے کیونکہ یہ مخلوق کے لیے ہے، یعنی کہ جو مخلوق کے لیے وہ کوئی شے نہیں ہے اللہ کے لیے، معاذ اللہ۔ بھائی بتاؤ ہر شے پہ اللہ قادر ہے، شادی بھی شے ہے، یہ بڑا کہتا جی اچھا وہ ہو گیا جو مخلوق شاہ کے لیے صاحب نے ہوتا ہے۔ ریکارڈنگ کر لی ہے نا، یہ زبردست کام ہو گیا۔ ہاں جی یہ سنیے گا تفسیر ابن عباس آصف بھائی سورہ زمر کی نا، کہتے ہیں کہ جو اس کے سوا اور چیزوں کو معبود بناتے ہیں اور غیروں کو پوجتے ہیں، اور بتوں کو جو یعنی کہ غیروں کو مطلب وہ کتنے بریکٹ میں ہے، بتوں کو پوجتے ہیں، جیسے لات، عزا، منات وغیرہ وغیرہ کی پرستش کرتے ہیں، تو آخر ان کو بھی یہی کہنا پڑتا ہے۔ وہ کیا کہتے ہیں؟ کہتے ہیں کہ ہم ان کی عبادت اسی لیے کرتے ہیں، یعنی کہ وہ عبادت کرنے لگ جاتے ہیں، عبادت اسی لیے کرتے ہیں کہ یہ خدا کے دربار میں ہم کو مقرب اور معزز بنائیں گے، ہماری شفاعت کریں گے، ٹھیک ہو۔ ان وجوہات سے ہم ان کی عبادت کرتے ہیں یا ہم ان کو پوجتے ہیں۔ اللہ تعالیٰ ان کافروں اور مسلمانوں کے درمیان میں جن باتوں میں وہ اختلاف کرتے ہیں قیامت کے دن فیصلہ فرما دے گا، اور سب ظاہر ہو جائے گا کون سا کس کی بات حق ہے اور کس کی بات باطل۔ اللہ اپنے مقدس مذہب و شریعت کی طرف ایسے کو راہ نہیں دکھاتا جو خدا پہ جھوٹ باندھتا ہے اور کفر اختیار کرتا ہے۔ یہود و نصارہ حضرت عزیر و مسیح کو خدا تعالیٰ کا بیٹا کہہ کر مشرک ہیں۔ بنو طلحہ فرشتوں کو خدا کی لڑکیاں بتاتے ہیں۔ مجوسی آتش پرستی میں مبتلا ہیں، باقی مشرکین بتوں کو پوجتے ہیں۔ مسلمان ایک خدا کو مانتا، عبادت کرتا، اور سب سے اعلیٰ اور سب سے برتر و بلند ہے، نہ اس کا کوئی شریک، نہ لڑکا نہ اس کی کوئی اولاد، نہ لڑکا نہ لڑکی یعنی کوئی اولاد نہیں، اس پر کوئی زبردستی نہیں، نہ اس کے کارخانے قدرت میں کوئی اور داخل ہے۔ ہاں اس کے انبیاء، اولیاء، مقرب دربارے ضرور ہیں، یہ اس کا فضل ہے، ان سے خدا بروز قیامت گناہ گاروں کی شفاعت قبول کرے گا، ان کو مرتبہ شفاعت دے گا،
مگر اس سے وہ مستحق عبادت نہیں ہو جاتے، نہ ہی کوئی مسلمان ان کو سمجھتا ہے، بلکہ خدا کے مقبول بندے سمجھ کر ان سے شفاعت طلب کرتے ہیں، جو قرآن کی آیات سے ثابت ہے۔ آگے رد آنے لگا ہے، رد سنیے ماشاءاللہ۔ کہتے اگر خدا تعالیٰ اپنے لیے لڑکا لڑکی بنانے کا ارادہ کرتا تو اعلیٰ درجہ کا نئی طرز کا تمام مخلوقات سے نرالا برگزیدہ کر کے لڑکا بیٹا بنا لیتا۔ اگر اللہ ارادہ کرتا، یا فرشتوں میں سے، یعنی کہ مخلوق میں سے، فرشتے بھی مخلوق ہیں، فرشتوں میں سے یا مخلوق جنت کی مخلوقات میں سے چن لیتا۔ آگے لکھا ہے بناتا آدمی ہی کا اولاد بنانا، آدمی ہی کا اولاد بنانا کیا رہ گیا؟ سبحان اللہ، سبحان وہ پاک ہے، وہ پاک ہے اس ارادے سے، ہر عیب سے منزہ و پاک ہے، وہ پاک ہے ہر عیب سے، ارادے سے، ہر یعنی کہ عیب والے ارادے سے۔ وہ اللہ اپنی ذات و صفات میں یکتا ہے، نہ کوئی اولاد، نہ اس کا کوئی شریک، بلکہ یہ خنزیر کہتا ہے کہ نہیں، اللہ جو ہے اپنا بیٹا اپنا شریک بنا سکتا ہے۔ عثمان بھی حضرت ابن عباس جو تھے نا، ان کو نبی علیہ السلام نے لقب دیا تھا حبر الامہ کا، یعنی کہ نبی علیہ السلام کی امت میں انہیں حبر الامہ کا لقب دیا۔ اب یہ دیکھیں، انہوں نے یہ تفسیر کی ہے نا، جی تو اب یہ کہیں گے کہ نہیں، حضرت ابن عباس جو تھے نا، ان کو نہیں تھا پتا، اللہ کو بھی نہیں پتا تھا، لیکن ہمیں جو ہے نا وہ اس کا پتہ چل گیا ہے، لہذا ہماری بات مانو کہ اللہ ہر شے پہ قادر ہے، تو اس کا مطلب یہ ہے کہ اللہ اپنا بیٹا بنا سکتا ہے۔ حضرت ابن عباس کو بھی غلطی لگ گئی، اللہ کو بھی غلطی لگ گئی کہ اللہ کہتا ہے میں ان کاموں سے پاک ہوں۔ حضرت ابن عباس کو بھی غلطی لگ گئی جو انہوں نے کہا کہ اللہ ان کاموں سے پاک ہے۔ ہمیں بھی غلطی لگ گئی، مسلمانوں کو بھی غلطی لگ گئی کہ اللہ ان کاموں سے پاک ہے، لیکن مرزا جونیئر جیلمی خنزینئر پارٹی جو ہے وہ کہتے ہیں نہیں، ہم آپ کو بتائیں گے کہ یہ آپ سب کو غلطی لگی ہے، اللہ کو بھی غلطی لگی ہے، معاذ اللہ۔ اللہ اس پہ قادر ہے، اللہ اپنا بیٹا بنا سکتا ہے، منی گاڈ بھی بنا سکتا ہے، اور مخلوق خدا بھی بنا سکتا ہے۔ اچھا ہاں جی، یہ سب چیزیں جو ہیں نا جی، یہ جن کی باتیں یہ مرزے کے شگیدڑ کرتے ہیں، یہ باتیں، یہ کام خلاف قدرت ہیں۔ بڑا پیارا نام آپ نے ان کا دیا ہے، شگیدڑ۔ یہ ان کے دماغوں میں بھرا ہوا ہے پو۔ میں ابھی تک ہنس رہا ہوں، یقین مانے، یہ نام شگیدڑ۔ اب یہ دیکھیں، اس میں آیا ہے لو، ٹھیک ہے جی، جیسے وہ حضرت عمر رضی اللہ تعالیٰ عنہ کے بارے میں حدیث ہے نا، اس میں بھی لو آیا۔ تو لو کا مطلب کیا ہوتا ہے؟ یعنی کہ اگر ہم یہ کہیں کہ اگر حضرت عمر اگر کوئی نبی ہوتے تو حضرت عمر رضی اللہ عنہ ہوتے، تو آگے نبی صلی اللہ علیہ وسلم نے نفی کر دی کہ میرے بعد کوئی نبی نہیں، اس کا مطلب کہ اب نبی نہیں آ سکتا، ٹھیک ہو گیا۔ اسی طرح اللہ نے کہا کہ اگر وہ اللہ ارادہ کرتا تو اپنی مخلوق میں سے چن لیتا بیٹا، لیکن سبحانہ ہو وہ اس ارادے سے پاک ہے، اس کا مطلب کہ وہ بیٹا نہیں بنا سکتا۔ سمپل سی بات ہے، سمپل بات نہیں ان کو سمجھ آ رہی۔ عثمان بھائی، لو آتا ہی یا اس بات کے لیے آتا ہے یا نفی کے لیے آتا ہے؟ لو جب جہاں بھی آئے گا نا،
وہاں پہ آگے تو یا اس کا اس بات ہو رہا ہوگا یا اس کی نفی ہو رہی ہوگی. اگر یہ کہتے ہیں کہ اللہ نے یہاں پہ نفی کی ہے تو جو نفی کی ہے ہم کہتے ہیں نفی کی ہے، وہ تو یہ مان نہیں رہے. یہ اس بات کی دلیل لے رہے ہیں اس سے. تو اگر اس بات کی دلیل لیں گے تو باقی آیات کا کیا کریں گے جہاں پہ اللہ تعالیٰ کی ذات فرما رہے ہیں، بار بار اللہ فرما رہا ہے کہ اللہ ان کاموں سے پاک ہے. اللہ کے یہ شایان شان ہی نہیں، اللہ کی شان کے یہ لائق ہی نہیں. باقی آیات کا کیا کریں گے؟ اور وہی کام کر رہے ہیں جو اپنا حسن بھائی یہ اس طرح ہوتا ہے نا، جب بھی کسی آیت قرآن کی کسی آیت پہ بحث کرتے ہیں یا کچھ کرتے ہیں تو وہ اس کا جو ہوتا ہے نا شان نزول ہوتی ہے جو وہ دیکھی جاتی ہے. تو اس کے لیے لازمی ہے کہ سمپل ترجمہ جو ہے نا وہ کرنے کے ساتھ ساتھ جو اس کی تفسیر ہو، جس طرح کنز الایمان شریف ہے وہ پاس ہو نا، تو بندہ ترجمہ بھی اس سے کرے اور ساتھ ساتھ نیچے اس کی شان نزول بھی لکھی ہوتی ہے وہ بیان کرے، اس سے ان کو جو ہے صحیح سمجھ آتی ہے. نہیں یہ مانتے نہیں نا. ابھی یہ جو عثمان بھائی بات کر رہے ہیں نا، ابھی عثمان بھائی نے تفسیر ابن عباس پڑھی ہے. جی ابھی بالکل. تفسیر ابن عباس پڑھی ہے اور اس کے اندر بھی وہ حضرت ابن عباس جو ہے نا انہوں نے یہی بات کی ہے کہ اللہ کے یہ شایان شان ہی نہیں کہ اللہ کسی ایسی چیز کا ارادہ کرے جو اللہ کے یعنی کہ اللہ کے لیے وہ پاک ہی نہیں. اللہ کہہ رہا ہے کہ میرے ہاں وہ حضرت ابن عباس کہہ رہے ہیں کہ اللہ تعالیٰ کی ذات ہے، ایسا کوئی ارادہ کر ہی نہیں سکتا جو کہ اللہ جو چیز پاک ہی نہ ہو، جو اللہ کے لیے اللہ کے شایان شان ہی نہ ہو. اللہ ایسی چیز کا ارادہ کر ہی نہیں سکتا. اس آیت میں اللہ بالکل مطلقاً اللہ نفی فرما رہا ہے. اچھا یہ اللہ نے ایک اور عقیدہ میں بتانے لگا ہوں اہل سنت کا، چاہنے سے حوالے کے نا، چاہنے کے حوالے سے. اچھا، ان اللہ علی کل شیء قدیر، اللہ ہر شے پہ قادر ہے. اچھا، شے اہل سنت کہتے ہیں کہ شے اس چیز کو کہتے ہیں جسے اللہ تعالیٰ چاہے. جب آپ اللہ کی طرف منسوب کر رہے ہو نا کوئی چیز، تو شے اس کو کہتے ہیں جسے اللہ تعالیٰ چاہے اور جو مشیت یعنی چاہنے کے تحت آ سکے. ٹھیک ہے، ان اللہ یعنی کہ ہر شے پہ، ان اللہ علی کل شیء، شیء جو ہیں ان اللہ علی کل شیء قدیر، جو شیء ہے یہ شے وہ چیز ہے جسے اللہ تعالیٰ چاہے جو مشیت کے تحت آ سکے. ٹھیک ہے جی. اور ہر ممکن چیز شے میں داخل ہے، ممکن چیز جو ہے وہ شے میں داخل ہے، اور ہر شے اللہ کی قدرت میں ہے. کون سی شے؟ جسے اللہ تعالیٰ چاہے وہ ہے قدرت میں. اور جو ممکن ہی نہ ہو، یعنی کہ یہ جو اللہ کا بیٹا چاہنا جسے وہ پاک ہے، وہ جو ممکن ہی نہ ہو، ممکن ہی نہ ہو بلکہ واجب یا محال ہو، اس سے اللہ کے ارادے یا قدرت کا تعلق نہیں ہوتا. یہ اہل سنت کا عقیدہ ہے، میں وہ آپ کو بتا رہا ہوں. سمجھ آ گئی؟ اب اس آیت پہ آ جائیں ہم. صاف ہے کہ وہاں پہ ہے کہ اگر اللہ چاہتا تو یہ کام کر لیتا، کون سا بیٹا بنا لیتا. ٹھیک ہے، اللہ نے کہا کہ وہ اس چاہنے سے پاک ہے، اللہ عیب سے پاک ہے. اس کا مطلب یہ اللہ کی مشیت میں نہیں آتی چیز، یہ اللہ کے چاہنے میں نہیں آتی. اور جو چیز چاہنے میں نہ آ سکے، جو چاہنے میں ہی نہ آئے، اس کا مطلب اس کا تعلق قدرت سے نہ ہوا، وہ ممکن نہ ہوئی. کیوں؟ وجہ ممکن نہ ہونے کی وجہ کیا تھی؟ محال تھی. محال چیز اللہ کی قدرت میں داخل نہ ہوئی. سمپل، اتنا چھوٹا سا عقیدہ سمجھ نہیں آ رہا. جی بالکل. وہ یہی کہہ رہا تھا نا، اللہ چاہتا تو پیدا کر سکتا تھا. تو یہی بات ہے سمپل کہ یہ اللہ اللہ پاک مطلب یہ جو مشیت الہی ہے، شان قدرت ہے، اس کے خلاف ہے. تو یہ چھوٹی سی بات جو ہے نا مردین کو سمجھ نہیں آتی ہے. دیکھیں، میں آپ کو ایک اور اصول بھی آپ کو بتا دیتا ہوں کہ جب بھی قرآن پاک کا ترجمہ یا تفسیر کی جاتی ہے نا، تو سب سے پہلے نمبر پہ دیکھا جاتا ہے کہ کیا اس لفظ کا ترجمہ یا اس بات کی وضاحت قرآن کے اندر موجود ہے. جب اس بات کی وضاحت قرآن میں، یعنی جو صاحب کلام ہے
جی جی جب وہ خود اس چیز کی وضاحت کر دے نا تو پھر مزید کسی وضاحت کی ضرورت نہیں ہوتی. اب اللہ پاک قرآن پاک کے اندر متعدد آیات کے اندر اللہ فرما رہا ہے کہ یہ لوگ میری طرف بیٹے بیٹیاں منسوب کرتے ہیں تو یہ کام میری شان کے لائق نہیں اور میں ان کاموں سے پاک ہوں. اللہ خود جب وضاحت بھی فرما رہا ہے، اس کی صراحت بھی فرما رہا ہے، اس کا ترجمہ، اس کی وضاحت، ہر چیز اللہ خود فرما رہا ہے، تو پھر ہمیں تو کسی اور کی طرف جانے کی ضرورت ہی نہیں ہے. جب قرآن کے اندر بڑا کیٹیگوریکل اللہ تعالیٰ کی ذات نے یہ چیز کا اعلان فرما دیا کہ یہ جو کام ہے یہ میری شان کے لائق نہیں. سورہ مریم کے اندر اللہ فرماتا ہے آیت نمبر 92، آیت نمبر 92، اس میں اللہ تعالیٰ کی ذات، اللہ تعالیٰ فرماتا ہے کہ یہ کام میری شان کے لائق نہیں کہ میں بیٹے بناؤں، یا یعنی اس طرح کی جتنی بھی باتیں میری طرف منسوب کرتے ہیں. اب اللہ کہہ رہا ہے میری شان کے لائق ہی نہیں. لیکن یہ حرامی جو ہیں یہ بھی آپ کے سامنے آئے ہیں، 3 بندے آئے ہیں، تینوں نے آ کے ایک ہی بات کی ہے کہ نہیں اللہ کی شان کے لائق ہے کہ وہ بیٹا بنا سکتے. اللہ کہہ رہا ہے میری شان کے لائق نہیں، لیکن کیونکہ مرزا خنزیری نے کہہ دیا کہ نہیں اللہ بنا سکتا ہے تو وہ کہہ رہا ہے نہیں سورہ زمر میں لکھا ہوا اللہ بنا سکتا ہے. دیکھیں نا بابا جی کیا کہتے ہیں؟ بابا جی کہتے ہیں مرزائی پیدا کس نے کیے ہیں؟ یہ ان بھابھیوں نے ہی پیدا کیے ہیں. بہرحال یہ ہے کہ ان کے جو یہ کفریات سامنے آ رہے ہیں نا، یہ تو میرے خیال سے نا دیوبندی اور وہابی بہت پیچھے رہ گئے، بہت پیچھے رہ گئے ہیں، اتنے کے پیچھے رہ گئے ہیں کہ میں کہتا ہوں وہ اب اگر 1500 کلومیٹر کی سپیڈ سے بھی اگر دوڑے نا تو وہ مرزا انجینئر کو نہیں پکڑ سکتے. مرزا انجینئر بہت آگے نکل گیا. سب سے پہلے یہ وہ کہتے ہیں کہ بڑا قادیانی تھا نا، اس کے بعد کا نمبر ابھی اسی کا لگا ہوا ہے. میں کہتا ہوں جتنے بھی گمراہ لوگ آج تک پیدا ہوئے ہیں نا، جتنے بھی گمراہ لوگ پیدا ہوئے ہیں، یہ میں بات بالکل یعنی کہ یہ میرا دل اندر سے میرا دل کہہ رہا ہے کہ یہ بندہ سب سے بڑا کذاب، یہ لکھا جائے گا، یہ ہسٹری کے اندر یہ لکھا جائے گا کہ یہ سب سے بڑا کذاب پیدا ہوا ہے مسلمانوں کے اندر. بالکل یہی بات ہے، یہ صحیح بات ہے. وہ ایک اور ہے وہ رضوی واریر آئی ڈی والا، وہ بھی کافی ان کی کلاس لیتا ہوتا ہے. بہرحال وہ ابھی بڑا یعنی ان کا انداز جو ہے نا وہ کوئی اتنا وہ مناظرانہ انداز نہیں ہے ان سے گفتگو کرنے کا. اور کوشش یہ کرنی چاہیے کہ ان کا ابھی میری مجبوری ہے کہ میرا نا ایک تو نیٹ اتنا اچھا نہیں چل رہا آج کل، اور دوسرا موبائل بھی میرے پاس نہیں ہے کہ یہ ہم جب بھی کنورسیشن ہونا تو یہ بندہ ریکارڈ کر. اچھا تاکہ ایک اور لوگوں بات کو ہے، یہ ٹک ٹاک پہ جو گستاخیاں کر رہے ہیں یہ آپ دیکھیں نا ہسٹری، تو یہ سارے اس مرزے انجینئر کے پرانے اسٹوڈنٹ ہیں. جی اس اہل میں بیت تو کی کوئی گستاخیاں کر رہے ہیں، صحابہ کی اس کر میں رہے ہیں، تو یہ سارے اس خنزیر کے اسٹوڈنٹ ہیں. اس میں تو کوئی شک ہی نہیں ہے جی، یہ تو بالکل پڑھی لکھی بات ہے. آیت پتہ نہیں ہوگا ان کو. آیت پہ غور کریں نا، اللہ نے سب سے پہلے جو ہے نا ان کا عیب بیان کیا. عیب کیا ہے کہ وہ اللہ کا بیٹے بیٹیاں بناتے ہیں. ٹھیک ہے، وہ بیٹے بیٹیاں بناتے ہیں. اس کا رد کیا اللہ نے کہ اللہ اس سے پاک ہے، یعنی کہ نہیں بنا سکتا. اس چیز کا رد ہے کہ نہیں بنا سکتا اللہ. وہ اس عیب سے پاک ہے کہ وہ ارادہ کرے کہ بیٹے بیٹیاں اگر یعنی کہ وہ ارادہ کرے اس چیز کا کہ بیٹے بیٹیاں بنانے کا ارادہ کرے. تو جب رد ہو گیا تو کوئی کہے نہیں، اس کے باوجود
In our 4 years course we prepare scholarly debaters who will protect our Muslim people from going astray on the topic of Khatme Nubuwwat, which means Prophet Muhammad is the last and final prophet and there is no prophet after Prophet Muhammad. Upon Prophet Muhammad, Allah's peace and blessings will be there until eternity. We need $2,000 per month to deliver these champions. We need 24 people who can donate $1,000 per year. May Allah make this good deed the reason for Prophet Muhammad to smile at you and the reason for your najat on the Day of Judgment. Ameen.